ਸ਼ਲੋਕ ਮਹਿਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੋਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖਟਿਆ ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ, ਹਉ ਵਿੱਚ ਮਾਇਆ ਹਉ ਵਿੱਚ ਛਾਇਆ, ਹਉ ਮੈਂ ਕਰ ਕਰ ਜੰਤ ਉਪਾਇਆ, ਹਉ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖਿਆ ਲੇਖ, ਜਿਹਾ ਵੇਖੈ ਤੇਹਾ ਵੇਖ। ਮਹਿਲਾ ਦੂਜਾ। ਹਉ ਮੈਂ ਇਹਾ ਜ਼ਾਤ ਹੈ, ਹਉ ਮੈਂ ਕਰਮ ਕਮਾਹੇ, ਹਉ ਮੈਂ ਏਈ ਬੰਧਨਾ ਫਿਰ ਜੋਨੀ ਪਾਹੇ, ਹਉ ਮੈਂ ਕਿੱਥੋਂ ਉਪਜੈ, ਹਉ ਮੈਂ ਕਿੱਥੋਂ ਉਪਜੈ, ਕਿਤ ਸੰਜਮ ਏ ਜਾਏ, ਹਉ ਮੈਂ ਇਹੋ ਹੁਕਮ ਹੈ ਪਇਆ ਕਿਰਤ ਫੇਰਾਹੀ, ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਹੇ। ਪੌੜੀ। ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦਾ ਪੈਰ ਨ ਰੱਖਿਓ, ਕਰ ਸੁਕਰੇ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਧਨਾ, ਅਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੈ ਚੜੈ ਸਵਾਇਆ, ਵਡਿਆਈ ਵੱਡਾ ਪਾਇਆ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਅਸੀਂ ਪੌੜੀ ਨੰਬਰ 7 ਦੇ ਨਾਲ 2 ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ। ਪਹਿਲਾ ਸ਼ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਦੂਸਰਾ ਸ਼ਲੋਕ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਦਰਜ ਹੈ। ਇਸ ਪੌੜੀ ਦੇ ਨਾਲ 2 ਸ਼ਲੋਕ ਨੇ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਕਿ ਪੌੜੀ ਦੇ ਅੰਦਰ ਉਸ ਪਰਮਾਤਮਾ ਨੂੰ ਸੇਵਕ ਬਣ ਕੇ ਜਿਹੜੇ ਸੇਵਕ ਜਨ ਨੇ ਉਹ ਕਿਵੇਂ ਵਡਿਆਈਆਂ ਕਰਕੇ ਉਸ ਵੱਡੇ ਪਰਮਾਤਮਾ ਨੂੰ ਪ੍ਰਾਪਤ ਕਰਦੇ ਹਨ, ਤੇ ਸੇਵਕ ਦੀ ਪਰਿਭਾਸ਼ਾ ਸਤਿਗੁਰੂ ਜੀ ਨੇ ਇੱਥੇ ਦਰਜ ਕੀਤੀ ਹੈ। ਜਿਵੇਂ ਕਿ ਗੁਰਬਾਣੀ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਪਾਏ, ਹੁਰਮਤ ਤਿਸਨੋਂ ਅਗਲੀ ਉਹ ਵਜੋਂ ਪੇ ਦੂਣਾ ਖਾਏ। ਇਹ ਦਰਸਾਇਆ ਹੈ ਕਿ ਜਿਹੜਾ ਮਨੁੱਖ ਚਾਕਰੀ ਕਰਨ ਵਾਲਾ ਹੈ ਉਹ ਆਪਣੇ ਜੀਵਨ ਦੇ ਵਿੱਚ ਚਾਕਰੀ ਕਿਵੇਂ ਕਰੇ। ਜੇ ਚੱਲੈ ਖਸਮੈ ਪਾਏ, ਜਿਹੜਾ ਖਸਮ ਦੇ ਭਾਵ ਵਿੱਚ, ਖਸਮ ਦੇ ਹੁਕਮ ਵਿੱਚ ਉਹਦੀ ਮਰਜ਼ੀ ਅਨੁਸਾਰ ਤੁਰਦਾ ਹੈ, ਜੀਵਨ ਜਿਉਂਦਾ ਹੈ। ਔਰ ਵਜੋਂ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਦੀ ਬਾਤ ਉਸ ਨੂੰ ਪ੍ਰਾਪਤ ਹੁੰਦੀ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਚਾਕਰ ਤਾਂ ਬਣ ਜਾਂਦਾ, ਲੇਕਿਨ ਚਾਕਰ ਬਣਨ ਤੋਂ ਬਾਅਦ ਹੰਕਾਰੀ ਹੋ ਕੇ ਜ਼ਿੰਦਗੀ ਜਿਉਂਦਾ ਹੈ, ਹੰਕਾਰੀ ਹੋ ਕੇ ਸੇਵਾ ਕਰਦਾ ਹੈ। ਚਾਕਰ ਲੱਗਿਆ ਚਾਕਰੀ ਨਾਲੇ ਗਰ ਬਾਦ, ਗੱਲਾਂ ਕਰੇ ਘਣੀਆਂ ਖਸਮ ਨਾ ਪਾਏ ਸਾਧ, ਵਜੋਂ ਗਵਾਏ ਅਗਲਾ। ਉਹ ਮਨੁੱਖ ਸਾਰਾ ਕੁਝ ਗਵਾ ਬਹਿੰਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਜਿਹੜੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ ਕਿ ਅਸੀਂ ਜੋ ਵੀ ਸੇਵਾ ਕਰਨੀ ਹੈ ਹਉਮੈ ਤੋਂ ਰਹਿਤ ਹੋ ਕੇ ਕਰਨੀ ਹੈ, ਹਉਮੈ ਤੋਂ ਪਾਸੇ ਹੋ ਕੇ ਕਰਨੀ ਹੈ। ਕਿਉਂਕਿ ਗੁਰਮਤਿ ਦਾ ਜੋ ਸਿਧਾਂਤ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ। ਹਉਮੈ ਤੇ ਨਾਮ, ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਬੰਦਗੀ, ਇਹ ਦੋਨੋਂ ਇੱਕ ਥਾਂ ਦੇ ਉੱਤੇ ਨਹੀਂ ਟਿਕ ਸਕਦੇ। ਜਿਵੇਂ ਆਮ ਕਹਾਵਤ ਹੈ ਕਿ ਇੱਕ ਮਿਆਨ ਵਿੱਚ 2 ਤਲਵਾਰਾਂ ਨਹੀਂ ਟਿਕ ਸਕਦੀਆਂ, ਇਵੇਂ ਹੀ ਜਿਸ ਮਨੁੱਖ ਨੇ ਸੇਵਾ ਕਰਨੀ ਹੈ ਉਸ ਮਨੁੱਖ ਨੇ ਆਪਣੀ ਜ਼ਿੰਦਗੀ ਦਾ ਇਹ ਆਧਾਰ ਬਣਾ ਕੇ ਕਰਨੀ ਹੈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪੋ ਖੋਬਣਾ, ਗੋਲਾ ਮੁੱਲ ਖਰੀਦ ਕਾਰੈ ਜੋਬਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਇਸ ਲਈ ਗੁਰਦੇਵ ਪਿਤਾ ਜੀ ਵਡਿਆਈ ਵੱਡਾ ਪਾਇਆ ਦੀ ਗੱਲ ਨੂੰ ਸਮਝਾਉਣ ਵਾਸਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ। ਸ਼ਲੋਕ ਮਹਿਲਾ ਪਹਿਲਾ। ਹਉ ਵਿੱਚ ਆਇਆ, ਕਿ ਮਨੁੱਖ ਜਿਹੜਾ ਸੰਸਾਰ ਵਿੱਚ ਆਉਂਦਾ ਉਹ ਵੀ ਹਉਮੈ ਵਿੱਚ ਹੀ ਆਇਆ। ਜਦੋਂ ਸਿੱਧਾ ਨਾਲ ਗੋਸ਼ਟੀ ਸਤਿਗੁਰੂ ਪਾਤਸ਼ਾਹ ਜੀ ਕਰ ਰਹੇ ਨੇ, ਗੁਰੂ ਨਾਨਕ ਪਾਤਸ਼ਾਹ ਜੀ, ਜੋ ਰਾਮਕਲੀ ਰਾਗ ਦੇ ਅੰਦਰ ਦਰਜ ਹੈ ਸਿੱਧ ਗੋਸ਼ਟ, ਤੇ ਸਤਿਗੁਰੂ ਦੇ ਸਾਹਮਣੇ ਉਹਨਾਂ ਨੇ ਪ੍ਰਸ਼ਨ ਪੈਦਾ ਕੀਤਾ ਵੀ ਮਾਲਕ ਜੀ ਸਾਨੂੰ ਕਿਰਪਾ ਕਰਕੇ ਦੱਸੋ, ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਕਿਤ ਬਿਦ ਬਿਨ ਸਜਾਈ। ਵੀ ਜਿਹੜਾ ਜਗਤ ਹੈ ਕਿੱਥੋਂ ਪੈਦਾ ਹੁੰਦਾ, ਕਿਵੇਂ ਪੈਦਾ ਹੁੰਦਾ, ਤੇ ਇਹ ਬਿਨਸ ਦਾ ਕਿਹੜੀ ਵਿਧੀ ਨਾਲ।
ਸਤਿਗੁਰੂ ਨੇ ਬੜੀ ਸਪਸ਼ਟ ਬਾਤ ਕੀਤੀ, ਕਹਿੰਦੇ ਹਉਮੈ ਵਿੱਚ ਜਗ ਉਪਜੈ ਪੁਰਖਾ, ਹਉਮੈ ਵਿੱਚ ਬਿਨ ਸਜਾਈ। ਹਉਮੈ ਵਿੱਚ ਹੀ ਪੈਦਾ ਹੁੰਦਾ ਸੰਸਾਰ ਸ੍ਰਿਸ਼ਟੀ, ਤੇ ਹਉਮੈ ਵਿੱਚ ਹੀ ਵਿਨਸ ਜਾਂਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਹਉ ਵਿੱਚ ਆਇਆ, ਹਉ ਵਿੱਚ ਗਿਆ, ਇੱਥੋਂ ਚਲਾ ਵੀ ਹਉ ਵਿੱਚ ਹੀ ਗਿਆ। ਜਿੰਨੇ ਕਰਮ ਕੀਤੇ ਉਹ ਵੀ ਹਉ ਵਿੱਚ ਹੀ, ਕਿਉਂਕਿ ਜੇ ਕਰਮ ਧਰਮ ਜਿਹੜੇ ਨੇ ਉਹ ਵੀ ਹਉ ਵਿੱਚ ਹੀ ਕਰਦਾ ਹੈ, ਤੇ ਉਸ ਵੇਲੇ ਉਹ ਵੀ ਬੰਧਨ ਬਣ ਜਾਂਦੇ ਨੇ। ਬੰਧਨ ਕਰਮ ਧਰਮ ਹਉ ਕੀ ਆ? ਹਉ ਵਿੱਚ ਹੰਕਾਰ ਵਿੱਚ ਕੀਤੇ ਹੋਏ ਕਰਮ ਧਰਮ ਜਿਹੜੇ ਨੇ ਉਹ ਵੀ ਬੰਧਨ ਦਾ ਰੂਪ ਬਣ ਗਏ, ਜੰਜੀਰ ਦਾ ਰੂਪ ਬਣ ਗਏ, ਚੇਨ ਦਾ ਰੂਪ ਬਣ ਗਏ, ਰੱਸੀ ਦਾ ਰੂਪ ਬਣ ਗਏ, ਫਾਹੀ ਦਾ ਰੂਪ ਬਣ ਗਏ। ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹਉ ਵਿੱਚ ਹੀ ਜੰਮਿਆ ਪੈਦਾ ਹੋਇਆ, ਹਉ ਵਿੱਚ ਹੀ ਮਰ ਗਿਆ। ਪਾਪ ਸਾਰੀ ਜ਼ਿੰਦਗੀ ਹਉਮੈ ਵਿੱਚ ਬਤੀਤ ਕੀਤੀ। ਹਉ ਵਿੱਚ ਦਿੱਤਾ, ਜੋ ਕੁਝ ਦਿੱਤਾ ਕਿਸੇ ਨੂੰ ਦਾਨ ਕੀਤਾ। ਜਿਵੇਂ ਆਪਾਂ ਸੁਣ ਚੁੱਕੇ ਹਾਂ, ਸਤੀਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਔਰ ਕਈ ਵਾਰੀ ਬੰਦਾ ਦਾਤਾ ਬਣ ਕੇ ਵੀ ਬਹਿ ਜਾਂਦਾ ਕਿ ਮੈਂ ਦਿੱਤਾ, ਪਰ ਜਿਹੜੇ ਰੱਬੀ ਪਿਆਰ ਵਿੱਚ ਭਿੱਜੇ ਹੋਏ ਲੋਕ ਨੇ, ਉਹ ਲੋਕ ਹਮੇਸ਼ਾ ਹੀ ਇਹ ਸਮਝਦੇ ਨੇ ਕਿ ਮੈਂ ਕੁਝ ਵੀ ਕਰਨ ਦੇ ਸਮਰੱਥ ਨਹੀਂ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵੇ ਅਗੰਤ ਭਰੇ ਭੰਡਾਰ। ਪਰ ਇੱਕ ਮਨਮੁਖਤਾ ਵਿੱਚ ਫਸਿਆ ਹੋਇਆ, ਹੰਕਾਰ ਵਿੱਚ ਫਸਿਆ ਹੋਇਆ ਮਨੁੱਖ ਜਿਹੜਾ ਹੈ, ਉਹ ਇਹ ਸਮਝਦਾ ਹਉ ਵਿੱਚ ਦਿੱਤਾ ਕਿ ਮੈਂ ਦਿੱਤਾ, ਉਹਦਾ ਹੰਕਾਰ ਕਰਦਾ ਹੈ। ਹਉ ਵਿੱਚ ਲਿਆ ਤੇ ਹਉਮੈ ਦੇ ਅਧੀਨ ਹੋ ਕੇ ਦੂਜੇ ਤੋਂ ਲੈਂਦਾ, ਭਾਵ ਖੋਹ ਲੈਂਦਾ। ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਵੀ ਜੋ ਕੁਝ ਹਉ ਵਿੱਚ ਹੰਕਾਰ ਵਿੱਚ ਦਿੱਤਾ ਜਾਏ, ਲਿਆ ਜਾਏ। ਹੰਕਾਰ ਵਿੱਚ ਦਾਨ ਪੁੰਨ ਕੀਤਾ, ਤੀਰਥ ਯਾਤਰਾ ਕੀਤੀ, ਹੰਕਾਰ ਵਿੱਚ ਹੀ ਮੈਂ ਨਾਮ ਲੈ ਲਿਆ, ਗੁਰੂ ਤੋਂ ਕੁਝ ਪ੍ਰਾਪਤ ਕਰਨ ਦਾ ਉਪਰਾਲਾ ਕੀਤਾ, ਫਿਰ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ। ਹਉ ਵਿੱਚ ਖਟਿਆ, ਖਟਿਆ ਦਾ ਭਾਵ ਖੱਟੀ ਕਮਾਈ ਕੀਤੀ। ਹਉ ਵਿੱਚ ਗਿਆ, ਔਰ ਜੋ ਖਟਿਆ ਸੀ ਹੰਕਾਰ ਵਿੱਚ, ਹੰਕਾਰ ਵਿੱਚ ਹੀ ਚਲਾ ਗਿਆ। ਇਸ ਕਰਕੇ ਹਉ ਵਿੱਚ ਸਚਿਆਰ ਕੂੜਿਆਰ। ਜੇ ਸਚਿਆਰ ਬਣਦਾ, ਸਚਿਆਰ ਹੋਣ ਦਾ ਵੀ ਵਿਖਾਵਾ ਕਰਦਾ, ਮੇਰੇ ਵਰਗਾ ਸੱਚਾ ਕੋਈ ਨਹੀਂ, ਇਹ ਵੀ ਹੰਕਾਰ। ਝੂਠਾ ਬੰਦਾ ਝੂਠ ਦਾ ਵੀ ਹੰਕਾਰ ਕਰਦਾ ਕਿ ਮੇਰੇ ਜਿੰਨਾ ਚਰਾਗ ਕੌਣ ਹੋ ਸਕਦਾ, ਮੇਰੇ ਜਿੰਨਾ ਝੂਠ ਕੌਣ ਬੋਲ ਸਕਦਾ, ਉਹ ਵੀ ਸਚਿਆਰ ਤੇ ਕੁੜਿਆਰ, ਉਹ ਵੀ ਹੰਕਾਰ ਵਿੱਚ ਹੀ ਹੋਇਆ। ਹਉ ਵਿੱਚ ਪਾਪ ਪੁੰਨ ਵਿਚਾਰ। ਹਉ ਦਾ ਭਾਵ ਮੈਂ ਵਿੱਚ, ਹੰਕਾਰ ਵਿੱਚ ਹੀ, ਹਉਮੈ ਵਿੱਚ ਹੀ ਇਹਨੇ ਪਾਪ ਕਰਮ ਕੀਤੇ, ਹਉ ਵਿੱਚ ਹੀ ਪੁੰਨ ਕਰਮ ਕੀਤੇ। ਇਸ ਤਰ੍ਹਾਂ ਇਹ ਸਾਰੀ ਜ਼ਿੰਦਗੀ ਹਉਮੈ ਦੇ ਅਧੀਨ ਹੋ ਕਰਕੇ ਹੀ, ਇਸ ਵਿਚਾਰ ਨੂੰ ਲੈ ਕੇ ਹੀ ਸਾਰੀ ਜ਼ਿੰਦਗੀ ਜਿਉਂਦਾ ਹੈ। ਔਰ ਉਹਦਾ ਨਤੀਜਾ ਕਿ ਹਉ ਵਿੱਚ ਨਰਕ ਸੁਰਗ ਅਵਤਾਰ। ਹਉਮੈ ਦੇ ਕਾਰਨ ਹੀ ਨਰਕਾਂ ਵਿੱਚ, ਹਉਮੈ ਦੇ ਕਾਰਨ ਆਪਣੇ ਆਪ ਨੂੰ ਸਮਝਦਾ ਮੈਂ ਸਵਰਗ ਪ੍ਰਾਪਤ ਕੀਤਾ, ਉਹਦਾ ਵੀ ਹੰਕਾਰ। ਜਦ ਕਿ ਗੁਰਮਤਿ ਤਾਂ ਇਸ ਗੱਲ ਨੂੰ ਤਸਲੀਮ ਕਰਦੀ ਹੈ ਕਿ ਸਾਡੇ ਇਸ ਜੀਵਨ ਦੇ ਵਿੱਚ ਹੀ ਅਸੀਂ ਆਪਣੀ ਪੜਚੋਲ ਕਰਕੇ ਵੇਖ ਸਕਦੇ ਹਾਂ ਕਿ ਅਸੀਂ ਨਰਕਾਂ ਵਿੱਚ ਜ਼ਿੰਦਗੀ ਜਿਉਂਦੇ ਹਾਂ ਕਿ ਸਵਰਗਾਂ ਵਿੱਚ ਜਿਉਂਦੇ ਹਾਂ। ਜਦੋਂ ਅਸੀਂ ਮਨੁੱਖ ਇਸ ਤਨ ਨੂੰ ਧਰਤੀ ਬਣਾ ਕੇ, ਸ਼ਬਦ ਨੂੰ ਬੀਜ ਬਣਾ ਕੇ, ਔਰ ਸੱਚੇ ਰੂਪ ਜ਼ਿੰਦਗੀ ਜੀ ਕੇ, ਉਹਦੀ ਸ਼ੋਭਾ ਦਾ ਪਾਤਰ ਬਣ ਕੇ ਸਜਾਵਟ ਕਰੇ ਸੱਚ ਦੀ, ਇਹ ਪਾਣੀ ਨਾਲ ਸਿੰਜੇ ਇਸ ਖੇਤੀ ਨੂੰ। ਤੇ ਸਤਿਗੁਰੂ ਕਹਿੰਦੇ ਫਿਰ ਹੋਏ ਕਿਰਸਾਨ ਈਮਾਨ ਜਮਾਏ ਲੈ, ਪੇਸ਼ਤ ਦੋਜ਼ਕ ਮੂੜੇ ਇਹ ਵਜਾਣੇ। ਕਿ ਜਿਵੇਂ ਕਿਰਸਾਨ ਖੇਤੀ ਕਰਦਾ ਹੈ, ਬੀਜ ਬੀਜਦਾ, ਫਿਰ ਉਹਦਾ ਫਲ ਪ੍ਰਾਪਤ ਹੁੰਦਾ ਹੈ, ਇਵੇਂ ਧਰਮ ਦੀ ਖੇਤੀ ਕਰਦਿਆਂ ਹੋਇਆਂ ਕਿਰਸਾਨ ਬਣ ਕੇ ਤੂੰ ਈਮਾਨ ਪੈਦਾ ਕਰ, ਆਪਣੇ ਅੰਦਰ ਅਸੂਲ ਪੈਦਾ ਕਰ, ਧਰਮ ਪੈਦਾ ਕਰ। ਤੇ ਆਪਣੀ ਜਦੋਂ ਪੜਚੋਲ ਕਰੇਗਾ, ਬਾਬਾ ਕਬੀਰ ਜੀ ਦੇ ਕਥਨ ਦੇ ਅਨੁਸਾਰ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਬਾਬਾ ਫਰੀਦ ਜੀ ਦੇ ਮੁਤਾਬਕ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਗਿਰੀਬਾਨ ਮੈਂ ਸਿਰ ਨੀਮਾ ਕਰ ਦੇਖ। ਉਦੋਂ ਫਿਰ ਤੈਨੂੰ ਪ੍ਰਤੀਤ ਹੋਏਗਾ ਤੂੰ ਕਿੱਥੇ ਜ਼ਿੰਦਗੀ ਜੀ ਰਿਹਾ। ਤੇ ਗੁਰੂ ਕੇ ਪਿਆਰੇ ਜਿਹੜੇ ਨੇ ਉਹ ਨਰਕ ਸੁਰਗ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉਂਦੇ ਆ। ਕਬੀਰ ਨਰਕ ਸੁਰਗ ਨਰਕ ਤੇ ਮੈਂ ਰਹੇ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਹਉ ਵਿੱਚ ਨਰਕ ਸੁਰਗ ਅਵਤਾਰ। ਪਰ ਆ ਮਨੁੱਖ
ਹੋਂ ਦੇ ਵਿੱਚ ਹੀ ਨਰਕਾਂ ਵਿੱਚ ਜਾਂਦਾ, ਸਵਰਗਾਂ ਵਿੱਚ ਜਾਂਦਾ, ਸਵਰਗ ਦੀ ਗੱਲ ਕਰਦਾ ਹੈ ਤੇ ਫਿਰ ਅਵਤਾਰ ਧਾਰਨ ਦੀ ਗੱਲ ਕਰਦਾ, ਭਾਵ ਜੰਮਣ ਮਰਨ ਦੇ ਚੱਕਰ 'ਚ ਪਿਆ ਹੀ ਰਹਿੰਦਾ। ਉਹ ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੰਕਾਰ ਵਿੱਚ ਹੀ ਹੱਸਦਾ ਹੈ। ਗੁਰਮਤਿ ਵਿੱਚ ਹਾਸਾ ਕੋਈ ਮਨਾ ਨਹੀਂ ਕੀਤਾ ਗਿਆ, ਬਲਕਿ ਸਤਿਗੁਰੂ ਤਾਂ ਜੀਵਨ ਦਾ ਆਖਰੀ ਪਦ ਹੀ ਇਹ ਮੰਨਦੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਕਿ ਜਿਹੜੇ ਭਗਤ ਨੇ ਉਹ ਹਮੇਸ਼ਾ ਵਿਗਾਸ ਵਿੱਚ ਰਹਿੰਦੇ ਆ, ਖੇੜੇ 'ਚ ਰਹਿੰਦੇ ਆ, ਆਨੰਦ ਵਿੱਚ ਰਹਿੰਦੇ ਆ। ਪਰ ਉਹ ਆਨੰਦ ਇਹੋ ਜਿਹਾ ਆਨੰਦ ਹੈ ਜਿਹੜਾ ਦੁੱਖਾਂ ਵਿੱਚ ਵੀ ਸਾਤੋਂ ਪਾਸੇ ਨਹੀਂ ਹੋ ਸਕਦਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸ਼ਾਂਤ ਸਹਿਜ ਰਾਸਮਨ ਉਪਜਿਓ ਸਗਲੇ ਦੁੱਖ ਭੁਲਾਇਣ। ਪਰ ਕਿਸੇ ਗਰੀਬ ਦੇ ਕੱਪੜੇ ਪਾਟੇ ਹੋਏ ਹੋਣ ਉਹਦੇ ਤੇ ਹੱਸਣਾ, ਕਿਸੇ ਧੀ ਭੈਣ ਤੇ ਹੱਸਣਾ, ਕਿਸੇ ਬਿਰਧ ਬਿਮਾਰ ਤੇ ਹੱਸਣਾ। ਸਤਿਗੁਰੂ ਕਹਿੰਦੇ ਵੀ ਇਹੋ ਜਿਹਾ ਹਾਸਾ ਜਿਹੜਾ ਹੰਕਾਰ ਦੇ ਵਿੱਚ ਕੀਤਾ ਹੋਇਆ ਬੜਾ ਖਤਰਨਾਕ ਬਣ ਜਾਂਦਾ। ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਕਿ ਭਾਈ ਅਜੋ ਸੋ ਨਾਉ ਸਮੁੰਦਰ ਮੈਂ, ਨਾਉ ਦਾ ਅਰਥ ਬੇੜੀ, ਤੇਰੇ ਜੀਵਨ ਦੀ ਬੇੜੀ ਅਜੇ ਸਮੁੰਦਰ ਵਿੱਚ ਠਿੱਲੀ ਹੋਈ, ਕਿਆ ਜਾਣੋ ਕਿਆ ਹੋਏ। ਦੂਜਿਆਂ ਨੂੰ ਹੱਸਦਾ, ਤੂੰ ਮਖੌਲ ਕਰਦਾ ਦੂਜਿਆਂ ਨੂੰ, ਤੇ ਫਿਰ ਤੇਰੀ ਜ਼ਿੰਦਗੀ ਦਾ ਕੀ ਬਣੇ ਤੈਨੂੰ ਕੀ ਪਤਾ, ਕਿੱਥੇ ਡੁੱਬ ਜਾਏ ਤੇਰੇ ਜੀਵਨ ਦੀ ਬੇੜੀ ਮੰਝ ਧਾਰ ਦੇ ਅੰਦਰ। ਤੇ ਅਵਰਨ ਹਸਤ ਆਪ ਹੈ ਕਾਨੇ, ਦੇਖ ਤਿੰਨ ਕੋ ਦੇ ਕਬੀਰ ਲਜਾਨੇ। ਇਹੋ ਜਿਹੇ ਲੋਕਾਂ ਨੂੰ ਕਬੀਰ ਸਾਹਿਬ ਕਹਿੰਦੇ ਵੇਖ ਕਰਕੇ ਮੈਨੂੰ ਲੱਜਾ ਆਉਂਦੀ, ਸ਼ਰਮ ਆਉਂਦੀ ਹੈ। ਜਿਹੜੇ ਲੋਕ ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਜਬ ਕਛ ਪਾਵਤ ਤਬ ਗਰਭ ਕਰਤੇ ਹੈ, ਮਾਇਆ ਗਈ ਤਬ ਰੋਵਨ ਲੱਗਤੇ ਹੈ। ਜਦੋਂ ਕੋਈ ਚਲਾ ਗਿਆ ਨਾ, ਖੁੱਸ ਗਿਆ, ਉਸ ਵੇਲੇ ਚਲੇ ਜਾਂਦੇ, ਰੋਂਦੇ ਨੇ। ਤੇ ਸਤਿਗੁਰੂ ਕਹਿੰਦੇ ਵੀ ਇਹੋ ਜਿਹੇ ਬੰਦੇ ਹੰਕਾਰ ਵਿੱਚ ਹੀ ਰੋਂਦੇ ਨੇ, ਹੰਕਾਰ ਵਿੱਚ ਹੀ ਹੱਸਦੇ ਨੇ, ਹੰਕਾਰ ਦੇ ਕਾਰਨ ਹੀ ਰੋਂਦੇ ਤੇ ਹੱਸਦੇ ਨੇ। ਪਰ ਗੁਰੂ ਕਾ ਸਿੱਖ ਕੀ ਕਰਦਾ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ। ਹੋਂ ਵਿੱਚ ਭਰੀਐ, ਉਹ ਹੰਕਾਰ ਵਿੱਚ ਹੀ ਭਰਦਾ ਹੈ। ਭਾਰਨ ਤੋਂ ਭਾਵ ਕੀ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਮੈਲ ਨਾਲ ਲਿਬੜਨਾ, ਹੰਕਾਰ ਨਾਲ ਲਿਬੜਨਾ, ਵਿਕਾਰਾਂ ਦੀ ਮੈਲ ਨਾਲ ਭਰਿਆ ਜਾਂਦਾ। ਉਹ ਹੰਕਾਰ ਦੇ ਵਿੱਚ ਹੋਂ ਵਿੱਚ ਧੋਵੈ। ਤੇ ਜਦੋਂ ਵਿਕਾਰਾਂ ਦੀ ਮੈਲ ਨੂੰ ਤੀਰਥ ਯਾਤਰਾ ਕਰਕੇ, ਗੰਗਾ ਆਦਿਕ ਵਿੱਚ ਇਸ਼ਨਾਨ ਕਰਕੇ, ਕਿਸੇ ਸਰੋਵਰ ਵਿੱਚ ਇਸ਼ਨਾਨ ਕਰਕੇ ਧੋਦਾ ਨਾ, ਉਦੋਂ ਵੀ ਹੰਕਾਰ ਕਰਦਾ ਵੀ ਮੈਂ ਇੰਨੀ ਵਾਰੀ ਉੱਥੇ ਜਾ ਕੇ ਯਾਤਰਾ ਕੀਤੀ, ਇੰਨਾ ਪੁੰਨ ਕੀਤਾ, ਇੰਨਾ ਇਸ਼ਨਾਨ ਕੀਤਾ। ਉੱਥੇ ਜਾ ਕੇ ਫਿਰ ਜੋ ਕੁੰਚਰ ਇਸ਼ਨਾਨ, ਹਾਥੀ ਵਰਗਾ ਇਸ਼ਨਾਨ ਹੋ ਗਿਆ। ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ। ਜਾਤੀ ਦਾ ਭਾਵ ਜਾਤ ਦਾ, ਜਾਤਾਂ ਦਾ, ਜਿਨਸੀ ਜਿਨਸ ਦਾ ਭਾਵ ਆਪਣੇ ਮਾਲ ਪਦਾਰਥ ਦਾ। ਇਹ ਹੰਕਾਰ ਜਦੋਂ ਕਰਦਾ ਹੈ, ਇਹਦੇ ਵਿੱਚ ਹੀ ਜ਼ਿੰਦਗੀ ਗਵਾਈ ਜਾਂਦਾ। ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਤੇ ਹਉਮੈ ਦੇ ਵਿੱਚ ਹੀ ਇਹ ਮੂਰਖ ਬਣਦਾ, ਹਉਮੈ ਵਿੱਚ ਹੀ ਇਹ ਸਿਆਣਾ ਬਣੀ ਫਿਰਦਾ, ਆਪਣੀ ਸਿਆਣਪ ਦਾ ਵੀ ਮਾਣ ਕਰਦਾ ਹੈ। ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ। ਇਹ ਮੂਰਖ ਉਦੋਂ ਵੀ ਹੰਕਾਰ ਕਰਦਾ ਵੀ ਮੇਰੇ ਵਰਗਾ ਚਲਾਕ ਕੌਣ ਹੋ ਸਕਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਹਉਮੈ ਦੇ ਵਿੱਚ ਹੀ ਸਿਆਣਾ ਬਣਦਾ, ਹਉਮੈ ਵਿੱਚ ਹੀ ਇਹ ਮੂਰਖ ਬਣਦਾ ਹੈ। ਤੇ ਉਹਦਾ ਨਤੀਜਾ ਕੀ ਨਿਕਲਦਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਫਿਰ ਮੋਖ ਦੀ, ਮੁਕਤੀ ਦੀ ਸਾਰ ਨੂੰ ਨਹੀਂ ਜਾਣਦਾ, ਭਾਵ ਉਹਦੀ ਸੰਭਾਲ ਨਹੀਂ ਕਰ ਸਕਦਾ। ਹੁਣ ਇਹ ਜੀਵਨ ਜਾਚ ਕਿਵੇਂ ਪ੍ਰਾਪਤ ਹੋਵੇ, ਵਡਿਆਈ ਵੱਡਾ ਪਾਇਆ। ਸਤਿਗੁਰੂ ਕਹਿੰਦੇ ਉਹਦੇ ਵਾਸਤੇ ਫਿਰ ਕੀ ਕਰਨਾ ਚਾਹੀਦਾ ਹੈ। ਆਮ ਮਨੁੱਖ ਜਿਹੜਾ ਜ਼ਿੰਦਗੀ ਦੇ ਰਿਹਾ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ। ਹਉਮੈ ਦੇ ਵਿੱਚ ਹੀ ਇਹ ਮਾਇਆ ਭਾਵ ਅਗਿਆਨਤਾ ਦਾ ਹਨੇਰਾ, ਉਹਦੇ ਵਿੱਚ ਫਸਿਆ ਰਹਿੰਦਾ ਹੈ। ਛਾਇਆ ਦਾ ਅਰਥ ਮਾਇਆ ਦਾ ਪਰਦਾ, ਮਾਇਆ ਦੀ ਛਾਇਆ। ਉਹਦੇ ਵਿੱਚ ਫਸ ਕਰਕੇ, ਮਾਇਆ ਦੇ ਪਰਦੇ ਦੇ ਅਧੀਨ ਆ ਕਰਕੇ, ਉਹਦੇ ਪ੍ਰਭਾਵ ਵਿੱਚ ਆ ਕੇ, ਛਾਇਆ ਦਾ ਭਾਵ ਉਹਦੇ ਪ੍ਰਭਾਵ ਵਿੱਚ ਰਹਿ ਕੇ ਇਹ ਹੰਕਾਰ ਕਰਦਾ ਕਿ ਦੇਖੋ ਮੈਂ ਕਿੰਨਾ ਅਮੀਰ ਹਾਂ। ਜਿਵੇਂ ਦੁਨੀ ਚੰਦ, ਉਹ 7 ਝੰਡੇ ਗੱਡ ਕੇ ਬੈਠਾ ਜੀ, ਮੈਂ 7 ਲੱਖ ਮੇਰੇ ਕੋਲ ਰੁਪਈਆ ਇਕੱਠਾ ਹੋ ਗਿਆ। ਉਦੋਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਉਹਨੂੰ ਸੂਈ ਦਿੱਤੀ ਨਾ ਵੀ ਆ ਸੂਈ ਲੈ ਜਾ ਔਰ ਮੈਂ ਤੇ ਤੋਂ ਅੱਗੇ ਜਾ ਕੇ ਲਵਾਂਗਾ, ਜਿਵੇਂ ਲੋਕਾਂ ਦੀ ਧਾਰਨਾ ਵੀ ਅਗਲੇ ਜਹਾਨ ਵਿੱਚ ਜਾਣਾ ਆਪਾਂ, ਉਹ ਤੁਰ ਕੇ ਚਲਾ ਗਿਆ
ਕਿਉਂਕਿ ਮਨ ਵਿੱਚ ਜੋ ਕੁਝ ਵੀ ਮਿਲ ਗਿਆ ਉਹਦਾ ਲਾਲਚ ਸੀ। ਉਹਨੇ ਸ਼ੁਕਰ ਕੀਤਾ ਮੈਨੂੰ ਸੂਈ ਤਾਂ ਮਿਲ ਗਈ। ਪਰ ਜਾਂਦਾ ਹੋਇਆ ਰਸਤੇ 'ਚ ਵਾਪਸ ਆ ਗਿਆ, ਕਹਿਣ ਲੱਗਾ ਪਾਤਸ਼ਾਹ ਵੀ ਗੱਲ ਤਾਂ ਠੀਕ ਹੈ, ਤੁਸੀਂ ਸੂਈ ਦੇ ਦਿੱਤੀ, ਪਰ ਜਿਹੜੀ ਗੱਲ ਕਹੀ ਹੈ ਵੀ ਮੈਂ ਅੱਗੇ ਜਾ ਕੇ ਲਵਾਂਗਾ ਉਹ ਮੈਂ ਨਹੀਂ ਕਰ ਸਕਦਾ, ਮੈਂ ਇਸ ਦੇ ਸਮਰੱਥ ਨਹੀਂ। ਸਤਿਗੁਰੂ ਕਹਿੰਦੇ ਕਿਉਂ? ਕਹਿੰਦੇ ਮੈਂ ਸੂਈ ਕਿਵੇਂ ਨਾਲ ਲੈ ਕੇ ਜਾਵਾਂਗਾ। ਹੁਣ ਸੂਈ ਜਿਹੜੀ ਹੈ ਨਾ ਉਹ ਦੋ ਕੰਮ ਕਰਦੀ ਹੈ। ਇੱਕ ਤਾਂ ਕਿਸੇ ਸੁੱਤੇ ਪਏ ਬੰਦੇ ਨੂੰ ਝਵੋ ਦਿਓ, ਤਰਬ ਕੇ ਉੱਠ ਖੜਦਾ ਜਾਗ ਪੈਂਦਾ ਉਹ, ਤੇ ਦੂਸਰਾ ਪਾਟੇ ਹੋਏ ਨੂੰ ਸੀ ਦਿੰਦਾ, ਉਹ ਸੀ ਦਿੰਦੀ ਹੈ, ਜੋੜ ਦਿੰਦੀ ਹੈ। ਹੁਣ ਅਸਲ ਵਿੱਚ ਸੰਕੇਤਕ ਗੱਲਾਂ ਨੇ ਸਾਰੀਆਂ ਇਹ। ਸੂਈ ਕਿਹੜੀ ਦਿੱਤੀ? ਸ਼ਬਦ ਰੂਪੀ ਸੂਈ, ਗਿਆਨ ਰੂਪੀ ਸੂਈ। ਉਹ ਟੁੱਟਿਆ ਹੋਇਆ ਸੀ, ਰੱਬ ਨਾਲੋਂ ਉਹਨੂੰ ਜੋੜ ਵੀ ਦਿੱਤਾ, ਤੇ ਫਿਰ ਉਹਨੂੰ ਚੋਭ ਵੀ ਲਾ ਦਿੱਤੀ, ਜਗਾ ਦਿੱਤਾ ਉਹਨੂੰ। ਸ਼ਬਦ ਨੇ ਜਗਾ ਦਿੱਤਾ, ਜਾਗਰੇ ਮਨ ਜਾਗਨ ਹਾਰੇ, ਬਿਨ ਹਰ ਅਵਰ ਨ ਆਵਸ ਕਾਮਾ, ਝੂਠਾ ਮੋਹ ਮਿਥਿਆ ਪਾਸਾਰੇ। ਸਤਿਗੁਰੂ ਕਹਿੰਦੇ ਤੂੰ ਕਹਿੰਦਾ ਸੂਈ ਮੈਂ ਨਾਲ ਨਹੀਂ ਲੈ ਕੇ ਜਾ ਸਕਦਾ, ਤੂੰ ਮੈਨੂੰ ਦੱਸ ਸਕਦਾ ਜਿਹੜਾ ਤੂੰ ਇਕੱਠਾ ਕੀਤਾ ਹੋਇਆ ਮਾਲ ਅਸਬਾਬ ਹੈ ਉਹ ਤੇਰੇ ਨਾਲ ਜਾਏਗਾ? ਤੇ ਫਿਰ ਉਹਨੂੰ ਇਹ ਸਮਝ ਲੱਗ ਗਈ ਇਸ ਗੱਲ ਦੀ, ਹਉ ਵਿੱਚ ਮਾਇਆ ਹਉ ਵਿੱਚ ਛਾਇਆ, ਤੇ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਟਹਿ ਪਿਆ। ਹਉ ਮੈਂ ਕਰ ਕਰ ਜੰਤ ਉਪਾਇਆ, ਭਾਵ ਇਹ ਜੀਵ ਜਿਹੜਾ ਉਪਾਇਆ ਮੈਨੇ ਪੈਦਾ ਕੀਤਾ। ਹਉ ਮੈਂ ਕਰ ਕਰ, ਹਉ ਹਉ ਕਰ ਕਰਕੇ, ਮੈਂ ਕਰ ਕਰਕੇ, ਭਾਵ ਇਹਦੇ ਪੈਦਾ ਹੋਣ ਦਾ, ਜੰਮਣ ਮਰਨ ਦਾ ਕਾਰਨ ਹੀ ਹੈ। ਹੁਣ ਰੱਬ ਨਾਲ ਕਿਵੇਂ ਮਿਲੀਏ? ਰੱਬ ਨਾਲ ਮਿਲਣ ਦਾ ਤਰੀਕਾ ਕੀ? ਸਤਿਗੁਰੂ ਕਹਿੰਦੇ ਹਉ ਮੈਂ ਬੁੱਝੈ। ਜੇ ਕਿਤੇ ਮਨੁੱਖ ਹਉਮੈ ਨੂੰ ਬੁੱਝ ਲਵੇ ਤਾਂ ਦਰ ਸੂਝੈ। ਤਾਂ ਫਿਰ ਜਿਹੜਾ ਰੱਬ ਦਾ ਦਰ ਹੈ ਨਾ, ਰੱਬ ਦਾ ਦਰਵਾਜ਼ਾ, ਉਹਦੇ ਤੱਕ ਪਹੁੰਚਣ ਵਾਲੀ ਸੋਝੀ ਜਿਹੜੀ ਹੈ ਉਹ ਤਾਂ ਸੁਝਦੀ, ਤਾਂ ਉਹਦਾ ਗਿਆਨ ਪ੍ਰਾਪਤ ਹੁੰਦਾ ਜਦੋਂ ਮਨੁੱਖ ਹਉਮੈ ਨੂੰ ਬੁੱਝ ਲਏਗਾ, ਭਾਵ ਇਹਨੂੰ ਸਮਝ ਲੱਗੇ ਵੀ ਹਉਮੈ ਕੀ ਚੀਜ਼ ਹੈ, ਮੈਂ ਇਹ ਤੋਂ ਕਿਵੇਂ ਬਚਣਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਐਸੀ ਧਾਰਨਾ ਬਣਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿ ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵੀ ਵਾਹਿਗੁਰੂ ਦੀ। ਸਤਿਗੁਰੂ ਨੇ ਜੰਗ ਯੁੱਧ ਜਿੱਤੇ, ਕਦਾਚਿਤ ਵੀ ਨਹੀਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਨੇ ਜਿੱਤੇ, ਹਰਗੋਬਿੰਦ ਸਾਹਿਬ ਜੀ ਨੇ ਜਿੱਤੇ। ਸਤਿਗੁਰੂ ਨੇ ਇੱਕੋ ਗੱਲ ਕਹੀ ਵੀ ਪ੍ਰਮਾਤਮਾ ਤੇਰੀ ਕਿਰਪਾ ਹੈ, ਤੇਰੀ ਬਖਸ਼ਿਸ਼ ਦੇ ਨਾਲ ਮੈਨੂੰ ਪ੍ਰਾਪਤ ਹੋਈ ਹੈ, ਇਹ ਜਿੱਤ ਪ੍ਰਾਪਤ ਹੋਈ। ਤੇ ਗੁਰਬਾਣੀ ਨੇ ਸਾਨੂੰ ਬਾਰ-ਬਾਰ ਇਹ ਸੰਕੇਤ ਦਿੱਤੇ ਨੇ, ਬਾਰ-ਬਾਰ ਇਹ ਸੋਝੀ ਬਖਸ਼ਿਸ਼ ਕੀਤੀ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ, ਕਿਆ ਲਾਗੈ ਮੇਰਾ। ਇਹ ਹਉਮੈ ਨੂੰ ਬੁੱਝਣ ਦੀ ਗੱਲ ਹੈ। ਹਉਮੈ ਬੁੱਝੈ ਤਾਂ ਦਰ ਸੂਝੈ, ਹੰਕਾਰ ਤੋਂ ਰਹਿਤ ਹੋ ਕੇ ਸੇਵਾ ਕਮਾਣੀ। ਜਿਵੇਂ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ, ਗੁਰੂ ਅਮਰਦਾਸ ਜੀ ਦਾ ਜੀਵਨ, ਗੁਰੂ ਰਾਮਦਾਸ ਜੀ ਦਾ ਜੀਵਨ। ਹੁਣ ਆਮ ਜਵਾਈ ਜਿਹੜੇ ਹੋਣਗੇ ਇਸ ਰਿਸ਼ਤੇਦਾਰੀ ਦਾ ਬੜਾ ਹੰਕਾਰ ਕਰਦੇ ਆ ਲੋਕ, ਕਿ ਮੈਂ ਇਸ ਘਰ ਦਾ ਜਵਾਈ ਹਾਂ, ਮੇਰੇ ਵਾਸਤੇ ਆਹ ਪ੍ਰਬੰਧ ਹੋਣਾ ਚਾਹੀਦਾ, ਆਹ ਖਾਣਾ ਪੀਣਾ ਹੋਣਾ ਚਾਹੀਦਾ, ਇਸ ਤਰ੍ਹਾਂ ਦਾ ਮੈਨੂੰ ਪ੍ਰਾਪਤੀ ਹੋਣੀ ਚਾਹੀਦੀ। ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਜੀਵਨ ਜਦੋਂ ਪੜ੍ਹਦੇ ਆ, ਉਹਨਾਂ ਦੇ ਖਿਆਲ ਪੜ੍ਹਦੇ ਆ, ਉਹਨਾਂ ਦੇ ਬਚਨ ਪੜ੍ਹਦੇ ਆ, ਉਹ ਇਸ ਰਿਸ਼ਤੇਦਾਰੀ ਵਿੱਚ ਵੀ ਰਹਿੰਦਿਆਂ ਹੋਇਆ ਜਦੋਂ ਸੇਵਾ ਕਮਾਉਂਦੇ ਨੇ, ਅਬ ਹਮ ਚਲੀ ਠਾਕੁਰ ਪੈ ਹਾਰ, जब हम शरण प्रभु की आई, राख प्रभु भावे मार, लोगन की चतुराई उपमा ते बै संतर जार, कोई भला कहो भावे बुरा कहो, हम तन दियो है टार। उन्होंने अपने आप को समर्पित कर दिता है। वो कहते हैं जालों ऐसी रीत जित मैं प्यारा बीसरै, नानक साई भली प्रीत जित साहिब सेती पत रहे। ਇਹ ਹਉਮੈ ਬੁੱਝੈ ਤਾਂ ਦਰ ਸੂਝੈ। ਉਹਨਾਂ ਰੀਤਾਂ ਨੂੰ ਸਾੜ ਦਿੰਦੇ ਨੇ ਗਿਆਨ ਦੀ ਅੱਗ ਦੇ ਵਿੱਚ, ਗਿਆਨ ਦੀ ਰੋਸ਼ਨੀ ਵਿੱਚ। ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਜਿਨ੍ਹਾਂ ਰੀਤਾਂ ਦੇ ਨਾਲ ਪਿਆਰਾ ਵਿਸਰ ਜਾਏ, ਗੁਰੂ ਭੁੱਲ ਜਾਏ, ਸੱਚ ਭੁੱਲ ਜਾਏ। ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹਿ। ਇਸ ਕਰਕੇ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਨੀ ਜਲੀ ਨਾ ਵਿਸਾਰਿਆ ਇੱਕ ਨਾ ਚਲੀਆ ਨਾਲ। ਜਿਹੜੀਆਂ ਦੁਨੀਆ ਦੀਆਂ ਵਡਿਆਈਆਂ ਨੇ ਉਹ ਅੱਗਾਂ ਵਿੱਚ ਸਾੜ ਦਿੰਦੇ ਨੇ, ਅੱਗ ਵਿੱਚ। ਕਿਹੜੀ ਅੱਗ ਵਿੱਚ? ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਰਤਨ ਪਦਾਰਥ ਲਾਧਾ। ਗੁਰ ਗਿਆਨ ਪ੍ਰਚੰਡ ਬੁਲਾਇਆ, ਉਹਦੇ ਵਿੱਚ ਸਾੜ ਦਿੱਤਾ। ਗੁਰੂ ਦੇ ਗਿਆਨ ਜਿਹੜਾ ਪ੍ਰਚੰਡ ਕੀਤਾ ਆਪਣੇ ਅੰਦਰ, ਗਿਆਨ ਦੀ ਅਗਨੀ ਨੇ ਉਹ ਸਾੜ ਦਿੱਤਾ। ਤੇ ਫਿਰ ਉੱਥੇ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹਨੀ ਜਲੀ ਨਾ ਵਿਸਾਰਿਆ ਇੱਕ ਨਾ ਚਲੀਆ ਨਾਲ। ਉਹ ਫਿਰ ਦੁਨੀਆ ਦੀਆਂ ਵਡਿਆਈਆਂ ਨਹੀਂ ਕਰਦੇ, ਦੁਨੀਆ ਦੀ ਵਡਿਆਈ ਦੀ ਖਾਤਰ ਕੰਮ ਨਹੀਂ ਕਰਦੇ, ਆਪਣੀ ਵਡਿਆਈ ਦੀ ਖਾਤਰ ਨਹੀਂ ਕੰਮ ਕਰਦੇ, ਬਲਕਿ
ਵਡਿਆਈ ਵੱਡਾ ਪਾਇਆ। ਉਹ ਪ੍ਰਮਾਤਮਾ ਦੀ ਵਡਿਆਈ ਕਰਦੇ ਹੈ। तो ਉਹਦੇ आगे अरदास हमारी जियो पिंड सब तेरा, कहो नानक सब तेरी वडियाई, कोई नाओ ना जाने मेरा। ਉਹ ਇਹ ਗੱਲ ਕਹਿੰਦੇ ਨੇ ਆਪਣੀ ਜ਼ਿੰਦਗੀ ਵਿੱਚ। ਇਸ ਕਰਕੇ ਸਤਿਗੁਰੂ ਕਹਿੰਦੇ ਉਹਦੇ ਦਰ ਤੱਕ ਪਹੁੰਚਣ ਦਾ ਇੱਕ ਤਰੀਕਾ ਹੈ ਕਿ ਸਾਡੇ ਅੰਦਰੋਂ ਜਦੋਂ ਹਉਮੈ ਦਾ ਅਭਾਵ ਹੋ ਜਾਏ, ਹਉਮੈ ਦਾ ਨਾਸ਼ ਹੋ ਜਾਏ। ਜੇ ਹਉਮੈ ਦਾ ਅਭਾਵ ਨਾ ਹੋਵੇ, ਹਉਮੈ ਦਾ ਨਾਸ਼ ਨਾ ਹੋਵੇ, ਗਿਆਨ ਵਿਹੂਣਾ, ਗਿਆਨ ਤੋਂ ਸਖਣਾ ਮਨੁੱਖ ਜਿਹੜਾ ਹੈ, ਕਥ ਕਥ ਲੁੱਝ ਹੈ। ਕਥ ਦੇ ਥੱਥੇ ਨੂੰ ਸਿਹਾਰੀ ਆ ਦੋਨੋਂ ਵਾਰੀ, ਕਥ ਕਥ ਕੇ ਭਾਵ ਕਥਨ ਕਰ ਕਰਕੇ, ਜਿਵੇਂ ਕਿਸੇ ਗੱਲ ਨੂੰ ਰਿਪੀਟ ਕਰੀ ਜਾਂਦੇ ਆ, ਪਾਠ ਪੜ੍ਹੀ ਜਾਂਦੇ ਆ, ਕਰੀ ਜਾਂਦੇ ਆ, ਲੇਕਿਨ ਹਾਲਤ ਕੀ ਹੁੰਦੀ? ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁੱਟ ਗਿਓ, ਅਦਕ ਅਹੰਗ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, हार पढ़ो स्वामी का द्वारा दीजा बुद्ध बवेका। क्या पढ़ी है क्या गुनी है, क्या वेद पुराना सुनी है, पढ़े सुने क्या होई, जो सहज ना मिले सोई, हर का नाम ना जप सुगवारा, क्या सोचे बारंबारा, अंधियारे दीपक चाहिए एक बस्त अगोचर लई है। हुण भगत प्रहलाद जी नूं मां ने, पिता ने, टीचरां ने, अध्यापकां ने यतन किया भी तू आ पढ़ जो असीं तैनूं कहने आ। गुरमत ने पढ़ाई की विरोधता नहीं की, बल्कि विद्या विचारी ता परोपकारी। विद्या तो बिना तो पशु ढोर गवार है मनुख। ज्ञान की तो गल की, ज्ञान का खजाना तो बख्शिश किया गुरु साहब जी ने गुरु ग्रंथ साहब के रूप में। लेकिन जो पढ़ाई वो करवाना चाहते ने, उहदे बारे भगतां ने, रब्बी प्यारिਆਂ ने ख्याल प्रगट किए नहीं। छोड़ो रे बाबा राम नाम, मेरे और पढ़ सो नहीं काम, संडा मर का जाए पुकारे, पढ़े नहीं हम ही पच हारे, राम कह कर ताल बजावे, चटिया सबे बिगाड़े। कि वो तो आप तो बिगड़िया सी, उन्हें तो अपने साडे जिहड़े चाटड़े होर सन, साथी सन, उहदे क्लासमेट सन, वो भी सारे बिगाड़ के रख दिते। वो भी हुण हरनाकश की जगह राम राम कहंदे ने, रब दा सिमरन करदे ने। और इसे दृढ़ता करके कबीर साहब ने गल कीती, कहंदे मैनूं किसे बहुत बजुर्ग की उदाहरण देने की लोड़ नहीं, किसी बजुर्ग की रीस करने की लोड़ नहीं। जदों मैं सिमरन की गल करांगा जां करावांगा, उस वेले राम जपो जी ऐसे ऐसे, ध्रुव प्रहलाद जपियो हर जैसे, जिन्हों ने 5 साल की छोटी उम्र दे विच एडी दृढ़ता पैदा की। ते जे ज्ञान तो विहूणा मनुख है, कथ कथ लुझ है, वो कथन कर करके सड़ी जाता। लुझ का अर्थ लुझदा है, सड़दा है। वो ज्ञान के नाल ही सड़ना शुरू कर दिंदा, क्योंकि उन्होंने ज्ञान ही हंकार पैदा कर दिंदा उहदे अंदर। ज्ञान के नाल ही जिस मनुख नूं ज्ञान की प्राप्ति तो बाद, पढ़न तो बाद हंकार प्राप्त हो गया ना, सतगुरु कहते फिर पढ़िया मूर्ख आखिया जिस लाभ लोभ अहंकारा, नानक हुक्मी लिखी है लेख। कहते उस हुक्म दे मालिक प्रभु दी राही ये लेख लिखिया जाता है, जिहा वेखै तिहा वेख। जो कुछ तू अपने अंदर महसूस करदा, अनुभव करदा है, जिन्ना सुख जिन्ना सुकून तू अपने वास्ते चाहना है, अपनी ऐशो इशरत चाहना है, जो कुछ अपने आप नूं वेखदा है, वो दूजे नूं भी वेख। भाव तू दूजे नूं जदों हंकारी होकर गल करदा है, उहनूं किवें पिंच हुंदा होएगा, किवें दुखी हुंदा होएगा। कदी तो इस गल नूं महसूस कीता, तैनूं कोई हंकार दे विच कोई फिक्का बोले, मंदा बोले, जिहा वेखै तिहा वेख। इस करके सतगुरु कहंदे जदों तू ये अनुभव करेगा कि सब मैं जोत जोत है सोए, तिस दा चानण सब मैं चानण होए, तां फिर तैनूं ये प्रतीत होएगा वडियाई वड्डा पाया। हुण सतगुरु नानक पातशाह जी ने यह श्लोक उचारण तो बाद इत्थे धन गुरु अर्जन पातशाह जी ने फिर दूसरे पातशाह जी का श्लोक दर्ज किया है, क्योंकि दोनों श्लोकों का संबंध है। उत्थे भी पहले पातशाह ने भी हौमे की गल की है, तो हुण दूसरे पातशाह जी भी हौमे की गल कर रहे हैं, उस चैप्टर नूं लै रहे हैं। महला दूजा, हौमे इहा जात है। भाव जिहड़ा हौमे है, इहदी एक किस्म है, इहदी ये पछाण है, हौमे कर्म कमाहे। कि बंदा जिहड़ा हौमे दे हंकार दे विच फस के कर्म करदा है। जे धर्म करेगा तां भी, धर्म की गल करके तां भी हंकारी होकर करेगा, पाठ करेगा तां भी हंकारी होकर करेगा। उहदा हर कर्म तीर्थ यात्रा समेत, पुण्य दान समेत हौमे विच ही होएगा। हौमे कर्म कमाहे। फिर सतगुरु कहंदे फिर उहदा नतीजा की निकलदा, हौमे यही बंधना, हौमे दे यही बंधन ने फिर जोनी पाहे। कि मनुख मुड़ मुड़ के बार बार दुनिया विच भटकदा फिरदा है, बार बार जमदा ते मरदा है। हौमे इहा जात है,
ਹਉਮੈ ਦੀ ਇਹ ਪਹਿਚਾਣ ਹੈ, ਹਉਮੈ ਦੀ ਇਹ ਕਿਸਮ ਹੈ, ਹਉਮੈ ਦੀ ਇਹ ਪਹਿਚਾਣ ਸਾਡੇ ਸਾਹਮਣੇ ਉਤਪਤੀ ਹੈ ਕਿ ਹਉਮੈ ਕਰਮ ਕਮਾਹੇ, ਕਿ ਬੰਦਾ ਹਉਮੈ ਦੇ ਵਿੱਚ ਹੀ ਕਰਮ ਕਮਾਉਂਦਾ ਹੈ। ਹਉਮੈ ਇਹੀ ਬੰਧਨਾ, ਹਉਮੈ ਦੇ ਇਹੀ ਬੰਧਨ ਹਨ ਕਿ ਉਹ ਮਨੁੱਖ ਫਿਰ ਜੋਨੀ ਪਾਹੇ, ਕਿ ਫਿਰ ਮੁੜ ਕੇ ਜੋਨੀਆਂ ਵਿੱਚ ਪੈਂਦੇ ਨੇ। ਹੁਣ ਸਵਾਲ ਪੈਦਾ ਹੁੰਦਾ ਹੈ, ਹਉਮੈ ਕਿੱਥੋਂ ਉਪਜੈ? ਹਉਮੈ ਕਿੱਥੋਂ ਪੈਦਾ ਹੁੰਦੀ ਹੈ? ਤੇ ਫਿਰ ਕਿਤ ਸੰਜਮ ਇਹ ਜਾਏ। ਸੰਜਮ ਦਾ ਅਰਥ ਹੈ ਤਰੀਕਾ, ਸੰਜਮ ਦਾ ਅਰਥ ਹੈ ਇਲਾਜ। ਸੰਜਮ ਨੇ ਮੰਮੇ ਨੂੰ ਸਿਹਾਰੀ ਲੱਗੀ, ਇਹਦਾ ਅਰਥ ਸੰਜਮ ਦੀ ਰਾਹੀਂ ਇਹ ਜਾਏ। ਵੀ ਸਾਨੂੰ ਕਿਰਪਾ ਕਰਕੇ ਦੱਸੋ ਪਾਤਸ਼ਾਹ ਗੁਰੂ ਅੰਗਦ ਸਾਹਿਬ ਕਹਿੰਦੇ, ਫਰਮਾਨ ਕਰਦੇ ਨੇ ਵੀ ਇੱਕ ਤਾਂ ਹਉਮੈ ਕਿੱਥੋਂ ਉਪਜਦੀ ਹੈ, ਬੰਦੇ ਸਾਹਮਣੇ ਇਹ ਸਵਾਲ ਹੈ, ਪੂਰੀ ਮਾਨਵਤਾ ਦੇ ਸਾਹਮਣੇ ਇਹ ਸਵਾਲ ਹੈ ਵੀ ਹਉਮੈ ਪੈਦਾ ਕਿੱਥੋਂ ਹੁੰਦੀ ਹੈ। ਤੇ ਦੂਸਰਾ ਹੈ ਕਿ ਕਿਹੜਾ ਇਲਾਜ ਕੀਤਾ ਜਾਏ ਜਿਸ ਦੇ ਨਾਲ ਇਹ ਸੰਜਮ, ਇਹ ਤਰੀਕਾ ਕਿਹੜਾ ਹੈ ਜਿਹਦੇ ਨਾਲ ਹਉਮੈ ਸਾਡੇ ਅੰਦਰੋਂ ਚਲੇ ਜਾਏ। ਸਤਿਗੁਰੂ ਕਹਿੰਦੇ ਜਦੋਂ ਹਉਮੈ ਦੇ ਪੈਦਾ ਹੋਣ ਦੀ ਗੱਲ ਕਰੀਏ, ਹਉਮੈ ਕਿੱਥੋਂ ਉਪਜੈ, ਇਸ ਗੱਲ ਦਾ ਜਵਾਬ ਕਹਿੰਦੇ ਮੈਂ ਇਹੀ ਦੇਵਾਂਗਾ, ਹਉਮੈ ਇਹੋ ਹੁਕਮ ਹੈ ਕਿ ਇਹ ਹਉਮੈ ਉਸ ਪਰਮਾਤਮਾ ਦਾ ਹੁਕਮ ਹੈ, ਉਹਦੇ ਹੁਕਮ ਅਨੁਸਾਰ ਹੀ ਇਹ ਪੈਦਾ ਹੁੰਦੀ ਹੈ, ਉਹਨੇ ਹੀ ਤਾਂ ਪੈਦਾ ਕੀਤਾ ਹੈ। ਪਰ ਜਿਹੜੇ ਸਿਆਣੇ ਲੋਕ ਨੇ ਇਹਨੂੰ ਸਵੈ ਅਭਿਮਾਨ ਵਿੱਚ ਬਦਲਦੇ ਨੇ, ਭਾਵ ਉਹਨਾਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ, ਉਹ ਕਰਨ ਦਾ ਕੁਝ ਹੌਸਲਾ ਕਰ ਸਕਦੇ ਨੇ, ਉਹ ਹੰਕਾਰ ਦੇ ਵਿੱਚ ਦੂਜਿਆਂ ਉੱਤੇ ਜ਼ੁਲਮ ਨਹੀਂ ਕਰਨਗੇ, ਬਲਕਿ ਭਲੇ ਵਾਸਤੇ ਉਹ ਤਤਪਰ ਰਹਿੰਦੇ ਨੇ, ਸਰਬੱਤ ਦਾ ਭਲਾ ਕਰਨ ਵਾਸਤੇ, ਸੇਵਾ ਕਰਨ ਵਾਸਤੇ। ਫਿਰ ਪੈ ਕਿਰਤ ਫਿਰ ਆਹੇ, ਔਰ ਆਪਣੀ ਪਈ ਹੋਈ ਕਿਰਤ ਦੇ ਮੁਤਾਬਕ, ਕਰਮ ਦੇ ਮੁਤਾਬਕ, ਫਿਰ ਆਹੇ ਦਾ ਅਰਥ ਹੈ ਉਹ ਪ੍ਰਮਾਤਮਾ ਫਿਰ ਆਉਂਦਾ ਹੈ। ਪਈ ਹੋਈ ਕਿਰਤ ਅਨੁਸਾਰ ਉਹ ਜੀਵ ਫਿਰਦੇ ਨੇ, ਭਾਵ ਭਟਕਦੇ ਨੇ, ਉਹ ਜੀਵ ਜੰਮਦੇ ਤੇ ਮਰਦੇ ਨੇ। ਹੁਣ ਸਵਾਲ ਪੈਦਾ ਹੁੰਦਾ, ਹਉਮੈ ਦੀਰਘ ਰੋਗ ਹੈ। ਸਤਿਗੁਰੂ ਕਹਿੰਦੇ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ। ਦੀਰਘ ਦਾ ਅਰਥ ਹੁੰਦਾ ਵੱਡਾ, ਕਿ ਭਾਈ ਇਹ ਜਿਹੜਾ ਦੀਰਘ ਹਉਮੈ ਦਾ ਰੋਗ ਹੈ ਨਾ, ਹੰਕਾਰ ਦਾ, ਇਹ ਬਹੁਤ ਵੱਡਾ ਰੋਗ ਹੈ। ਹਉਮੈ ਦੀਰਘ ਰੋਗ ਹੈ। ਦਾਰੂ ਪੀ ਇਸ ਮਾਹੇ, ਦਾਰੂ ਦਾ ਅਰਥ ਦਵਾਈ, ਪਰ ਇਹਦੇ ਵਿੱਚ ਹੀ ਦਵਾਈ ਹੈ। ਦਾਰੂ ਪੀ ਇਸ ਮਾਹੇ, ਇਹਦੇ ਵਿੱਚ ਦਵਾਈ ਵੀ ਹੈ, ਭਾਵ ਇਹ ਕਹਿਣ ਤੋਂ ਭਾਵ ਇਹ ਜਿਹੜਾ ਹਉਮੈ ਦਾ ਦੀਰਘ ਰੋਗ ਹੈ ਨਾ, ਬਹੁਤ ਵੱਡਾ ਰੋਗ ਹੈ, ਇਹ ਲਾ ਇਲਾਜ ਨਹੀਂ। ਕਿਉਂਕਿ ਕੁਝ ਰੋਗ ਐਸੇ ਵੀ ਦਰਸਾਏ ਨੇ ਗੁਰੂ ਸਾਹਿਬ ਜੀ ਨੇ ਜਿਹੜੇ ਲਾ ਇਲਾਜ ਨੇ। ਸਤਿਗੁਰੂ ਕਹਿੰਦੇ ਪਹਿਲੀ ਗੱਲ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਦੂਜਿਆਂ ਦੀ ਨਿੰਦਿਆ ਕਰਨੀ ਇਹ ਚੰਗੀ ਗੱਲ ਨਹੀਂ, ਕਿਸੇ ਦੇ ਐਵੇਂ ਫਰੋਲਾ ਫਰਾਲੀ ਕਰੀ ਜਾਣੀ ਬਿਨਾਂ ਮਤਲਬ ਤੋਂ। ਨਿੰਦਿਆ ਤੋਂ ਭਾਵ ਜਦੋਂ ਕਿਸੇ ਦੇ ਗੁਣਾਂ ਨੂੰ ਅਵਗੁਣ ਬਣਾ ਕੇ ਪੇਸ਼ ਕੀਤਾ ਜਾਏ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਕੌਣ ਕਰਦੇ ਨੇ? ਜਿਹੜੇ ਮਨਮੁਖ ਲੋਕ ਨੇ, ਮੁਗਧ ਲੋਕ ਨੇ, ਉਹ ਕਰਦੇ ਨੇ। ਫਿਰ ਸਤਿਗੁਰੂ ਕਹਿੰਦੇ ਇੱਕ ਐਸਾ ਖਤਰਨਾਕ ਰੋਗ ਹੈ ਜ਼ਿੰਦਗੀ ਦੇ ਅੰਦਰ, ਅਵਖਦ ਸਵੇ ਕੀਤਿਆਂ ਨਿੰਦਕ ਕਾ ਦਾਰੂ ਨਾਹੀਂ। ਜਿੰਨੀਆਂ ਵੀ ਦਵਾਈਆਂ ਸਨ ਨਾ, ਕਹਿੰਦੇ ਮੈਂ ਕਰਕੇ ਵੇਖ ਲਈਆਂ, ਇਲਾਜ ਕਰਕੇ ਵੇਖ ਲਿਆ, ਲੇਕਿਨ ਨਿੰਦਕ ਦਾ ਕੋਈ ਦਾਰੂ ਨਹੀਂ ਲੱਭ ਸਕਿਆ, ਨਿੰਦਕ ਦਾ ਕੋਈ ਇਲਾਜ ਨਹੀਂ ਹੋ ਸਕਿਆ। ਇਹ ਵੱਖਰੀ ਗੱਲ ਹੈ ਕਿ ਸਿੱਖ ਭਗਤ ਗੁਰੂ ਜਾਂ ਰੱਬੀ ਪਿਆਰ ਵਿੱਚ ਜਿਹੜੇ ਲੋਕ ਰਹਿੰਦੇ ਨੇ, ਉਹ ਇਹ ਗੱਲ ਆਪਣੇ ਜੀਵਨ 'ਚ ਸਮਰੱਥ ਕਰ ਲੈਂਦੇ ਨੇ। ਉਹ ਜੀਵਨ ਨੂੰ ਐਸੀ ਘਾੜਤ ਬਣਾ ਲੈਂਦੇ ਨੇ ਜੀਵਨ ਦੀ ਕਿ ਕੋਈ ਉਹਨਾਂ ਨੂੰ ਕੀ ਕਹਿੰਦਾ ਹੈ। ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਮਿ ਨਿੰਦਾ ਮਹਿਤਾਰੀ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਅੰਦਰ ਐਸੀ ਦ੍ਰਿੜਤਾ ਆ ਜਾਂਦੀ ਹੈ। ਕਬੀਰ ਸੰਤ ਨਾ ਛੋਟੇ ਸੰਤ ਹੀ, ਜੋ ਕੋਟਕ ਮਿਲੇ ਅਸੰਤ, ਮਲਿਆਗਰ ਭਿਅੰਗਮ ਬੇਢਿਓ ਤਾਂ ਸੀਤਲਤਾ ਨਤ ਜੰਤ। ਜਿਵੇਂ ਚੰਦਨ ਸੱਪਾਂ ਨੇ ਘੇਰਿਆ ਹੋਇਆ, ਚੱਟਦੇ ਨੇ ਉਹਨੂੰ ਜ਼ਹਿਰੀਲੇ ਸੱਪ, ਲੇਕਿਨ ਆਪਣੀ ਸੀਤਲਤਾ ਦਾ ਗੁਣ ਨਹੀਂ ਤਿਆਗਦਾ ਉਹ। ਇਵੇਂ ਗੁਰੂ ਕੇ ਪਿਆਰੇ ਰੱਬੀ ਪਿਆਰ ਵਿੱਚ ਜਿਹੜੇ ਲੋਕ ਨੇ, ਉਹ ਵੀ ਆਪਣੇ ਅੰਦਰ ਦ੍ਰਿੜਤਾ ਨਹੀਂ ਤਿਆਗਦੇ, ਸ਼ਾਂਤੀ ਦਾ ਪੱਖ ਨਹੀਂ ਤਿਆਗਦੇ, ਉਹ ਸੇਵਾ ਦਾ ਪੱਖ ਨਹੀਂ ਤਿਆਗਦੇ ਉਹ। ਫਿਰ ਸਤਿਗੁਰੂ ਕਹਿੰਦੇ ਵੀ ਇਹ ਲਾ ਇਲਾਜ ਹੈ। ਅਵਕਰ ਸਵੇ ਕੀਤਿਆਂ ਨਿੰਦਕ ਕਾ ਦਾਰੂ ਨਾਹੀਂ। ਫਿਰ ਦੇਖੋ ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਬਨੋ ਵਿਸਾਰਿਆ। ਜਿਸ ਬੰਦੇ ਨੂੰ ਕੋਈ ਕੈਂਸਰ ਹੋਇਆ ਹੋਵੇ, ਟੀਵੀ ਹੋਇਆ ਹੋਵੇ, ਦਮਾ ਹੋਵੇ, ਕੋਈ ਹੋਰ ਕੋਈ ਐਸਾ ਬਿਮਾਰੀ ਨਾਲ ਗਸਿਆ ਹੋਵੇ, ਉਹ ਬੰਦੇ ਮੌਤ ਨੂੰ ਹਰ ਪਲ ਚੇਤੇ ਕਰਦੇ। ਕਿਸੇ ਨੂੰ ਕੈਂਸਰ ਹੋਵੇ ਨਾ, ਤੁਸੀਂ ਖਬਰ ਨੂੰ ਵੀ ਜਾਓ ਤੇ ਉਹਨੂੰ ਪੁੱਛੋ ਵੀ ਤੁਸੀਂ ਕੀ ਹਾਲ ਚਾਲ ਤੁਹਾਡਾ, ਕਹਿੰਦਾ ਮੈਂ ਮੌਤ ਨੂੰ ਉਡੀਕਦਾ ਪਿਆ।
हर पल मौत नूं ही चेते करी जांदा भी मौत सामने खड़ी है। लेकिन सतगुरु कहंदे जिन्हां नूं तृष्णा दा रोग लग जाए, ये तृष्णा वड्डा रोग लगा, मरण मनों भी सारिया वो एडे हंकारी हो जाते कि मौत नूं भुल जाते हैं, मरना उन्होंने चेते नहीं आता, कभी भी मौत नूं चेते नहीं रखते भी असीं भी कभी संसार तो जाना। वो इस तरह ਦੀਆਂ ਗੱਲਾਂ ਕਰਦੇ ਨੇ, ਦੂਜਿਆਂ ਦੀ ਲੁੱਟ ਖਸੁੱਟ ਕਰਦੇ ਨੇ। पर सतगुरु कहते ਜਿਹੜਾ हंकार ਦਾ रोग है ना, ये हंकार ਦਾ रोग है तो ਵੱਡਾ है, पर मैं ਉਹਦੀ ਕਿਰਪਾ ਦੇ ਨਾਲ ਗੱਲ ਕਰਦਾ ਹਾਂ, ਉਹਦੀ ਬਖਸ਼ਿਸ਼ ਨਾਲ ਗੱਲ ਕਰਦਾ। दारू भी इस माहे ਉਹ दारू ਕਿਹੜਾ है? ਕਿਰਪਾ ਕਰੇ ਜੇ ਆਪਣੀ, जे ਉਹ परमात्मा जिस मनुख ਦੇ ਉੱਤੇ ਕਿਰਪਾ कर देवे तो गुर का शब्द कमाहे। देखो गुरु अंगद साहब जी पहला वैष्णो देवी की यात्रा करते हैं, जगराते करते हैं, जोतां बालते हैं। गुरु अमरदास पातशाह जी ने बहुत बड़ा पक्ष जिंदगी का जड़ा है वो पुण्य कर्म करदियां, तीर्थ यात्रा करदियां, कर्म कांड करदियां बतीत किया। लेकिन जदों गुरु के शब्द की कमाई की, गुरु के शब्द नूं कमाया, तो फिर जिंदगी किदां दी बन गई है? जिस प्यारे से ने तिस आगे मर चलीए, त्रिग जीवन संसार तक है पाछा जीवना। ते गुरु अमरदास पातशाह कहते मैं हुण जदों सेवा करदा है, अज सिर दे उत्ते गागर चुक के लियाउंदा हां, दरियां झाड़दा हां, तप्पड़ झाड़दा हां, झाड़ू फेरदा हां, ते मैनूं अज ये महसूस हुंदा कि सेवा विच लीन किवें होना, सेवादार किवें बनना। हस्ती सिर जो अंकस है, ऐरन ज्यों सिर दे, मन तन आगे राख के उभी सेव करे, एवं गुरमुख आप निवारिय सब राज सृष्ट काले। ऐसा सतगुर जे मिले तिसनो सिर सौंपिए, बिचों आप जाए। नानक सेवक सोई आखी है, जो सिर धरे उतार। एक किहनूं पता लग्या? जदों गुरु अमरदास पातशाह जी ने शब्द नूं कमाया। हौमै दीर्घ रोग है, दारू पी इस माहे। हौमै दा रोग बड़ा दीर्घ है, पर सतगुरु कहते घबराण की लोड़ नहीं, इहदे विच ही दवाई है। दवाई किहड़ी है? किरपा करे जे अपनी, जिस मनुख दे उत्ते किरपा कर देवे। मैं पहला जिक्र कर चुका हाँ, जज्जे नूं सिहारी जदों आएगी प्रणाम रूप च होएगी, ਉਹਦਾ अर्थ प्रणाम ही होएगा। जिस मनुख दे उत्ते ओ प्रभु अपनी किरपा कर देवे, फिर वो किरपा कर देवे, फिर की हुंदा? तदों गुर का शब्द कमाहे। वो लोग फिर गुरु के शब्द नूं कमाउंदे हन। नानक कहे सुनो जनो, सतगुरु नानक पातशाह जी फरमान करते हैं गुरु अंगद साहब जी के रूप में। नानक कहे, नानक आखदा है। इनू आदरवाची भाव के नाल सतगुरु अंगद पातशाह जी जिहड़े कि नानक जी की जोत हन, गुरु नानक साहब जी का रूप हन। जोत ओहा जुगत साए, शैकाया फेर पलटी है। सुनो जनो, हे जनो, हे प्रभु दे सेवको सुनो। इत संजम, इस संजम दी राही दुख जाहे। जिहड़े हौमे दे दुख ने, माया दे दुख ने, हंकार दे दुख ने, उन्हां तो सानू छुटकारा प्राप्त हो सकता है। हौमे यह जात है, हौमे कर्म कमाहे। हौमे यही बंधना, फिर जोनी पाहे। हौमे किथों उपजै, कित संजम ए जाए। हौमे दीर्घ रोग है, हौमे एहो हुक्म है, पय किरत फिर आहे। हौमे दीर्घ रोग है, दारू पी इस माहे। किरपा करे जे अपनी, ता गुर का शब्द कमाहे। नानक कहे सुनो जनो, इत संजम दुख जाहे। सतगुरु कहंदे हे प्रभु दे सेवको सुनो, इस गल नूं ध्यान दे नाल। गुर का शब्द कमाहे, ये जिहड़ा संजम है, ये जिहड़ा इलाज है, गुर का शब्द कमाहे दा इलाज। ਇਹਦੇ ਨਾਲ ਕਹਿੰਦੇ ਜੀਵਨ ਵਿੱਚ ਹਉਮੈ ਦੇ ਜਿੰਨੇ ਦੁੱਖ ਪੈਦਾ ਹੁੰਦੇ ਨੇ ਨਾ, ਜਿਹਦੇ ਕਰਕੇ ਬੰਦਾ ਦੂਜੇ ਨੂੰ ਬੰਦਾ ਨਹੀਂ ਸਮਝਦਾ, ਦੂਜੇ ਦੇ ਕੋਲ ਬੈਠਣ ਵਾਸਤੇ ਤਿਆਰ ਨਹੀਂ ਹੁੰਦਾ, ਦੂਜੇ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੁੰਦਾ, ਉਹ ਦੁੱਖ ਜੀਵਨ ਦੇ ਵਿੱਚੋਂ ਨਾਸ਼ ਹੋ ਜਾਂਦੇ ਨੇ, ਉਹਨਾਂ ਤੋਂ ਛੁਟਕਾਰਾ ਪ੍ਰਾਪਤ ਹੋ ਜਾਂਦਾ ਹੈ। ਫਿਰ ਉਹਨੂੰ ਸੋਝੀ ਆ ਜਾਂਦੀ ਹੈ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਕਿ ਭਾਈ ਸੇਵਾ ਕੌਣ ਕਰਦੇ ਨੇ? ਸੰਤੋਖ ਰੱਖਣ ਵਾਲੇ, ਜਿਨ੍ਹਾਂ ਦੇ ਅੰਦਰ ਪੇਸ਼ੈਂਸ ਹੋਵੇ, ਧੀਰਜ ਹੋਵੇ, ਜਿਨ੍ਹਾਂ ਦੇ ਅੰਦਰ ਟਿਕਾ ਹੋਵੇ। ਕਿਉਂਕਿ ਜ਼ਿੰਦਗੀ ਦੀ ਤ੍ਰਿਪਤੀ ਜਿਹੜੀ ਹੈ ਨਾ, ਉਹ ਸੰਤੋਖ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦੀ। ਕਹਿੰਦੇ ਕੋਈ ਮਨੁੱਖ ਸੀ ਨਾ, ਉਹਨੂੰ ਤ੍ਰਿਪਤੀ ਨਹੀਂ ਸੀ ਪ੍ਰਾਪਤ ਹੋ ਰਹੀ, ਸੈਟਿਸਫੈਕਸ਼ਨ ਨਹੀਂ ਸੀ ਹੋ ਰਹੀ। ਉਹ ਕਿਸੇ ਦਰਵੇਸ਼ ਕੋਲ ਚਲਾ ਗਿਆ ਤੇ ਜਾ ਕੇ ਉਹਨੂੰ ਕਹਿਣ ਲੱਗੇ ਵੀ ਮੈਂ ਬਹੁਤ ਕਰਮ ਧਰਮ ਕਰਦਾ ਹਾਂ, ਬੜੀ ਪਾਠ ਪੂਜਾ ਕਰਦਾ, ਪਰ ਮੈਨੂੰ ਸੰਤੁਸ਼ਟੀ ਨਹੀਂ ਪ੍ਰਾਪਤ ਹੋ ਰਹੀ। ਕਹਿੰਦੇ ਉਹਨਾਂ ਨੇ ਹੁਕਮ ਕੀਤਾ ਵੀ ਆ ਖੂਹ ਹੈ, ਖੂਹ ਤੋਂ ਪਾਣੀ ਦੀ ਬਾਲਟੀ ਭਰੋ।
ਲੱਜ ਨਾਲ ਬਾਲਟੀ ਬੰਨੀ ਹੋਈ ਸੀ, ਉਹ ਬਾਰ-ਬਾਰ ਬਾਲਟੀ ਸੁੱਟੇ, ਬਾਲਟੀ ਖਾਲੀ ਨਿਕਲੇ ਆਵੇ। ਉਹਨੇ ਬਹੁਤ ਵਾਰੀ ਯਤਨ ਕੀਤਾ, ਦੁਖੀ ਹੋ ਗਿਆ, ਕਹਿੰਦਾ ਵੀ ਪਾਣੀ ਦੀ ਬੂੰਦ ਵੀ ਨਹੀਂ ਆ ਰਹੀ ਇਹ 'ਚ ਬਾਲਟੀ ਦੀ। ਉਹ ਦਰਵੇਸ਼ ਕਹਿਣ ਲੱਗੇ ਕਿਉਂ ਨਹੀਂ ਆ ਰਹੀ? ਉਹਨੇ ਧਿਆਨ ਨਾਲ ਵੇਖਿਆ, ਬਾਲਟੀ ਦਾ ਥੱਲਾ ਟੁੱਟਿਆ ਹੋਇਆ ਸੀ। ਕਹਿਣ ਲੱਗੇ ਕਿਸ ਕਾਰਨ ਕਰਕੇ ਨਹੀਂ ਪਾਣੀ ਭਰਿਆ? ਕਹਿੰਦਾ ਜੀ ਬਾਲਟੀ ਦਾ ਥੱਲਾ ਹੀ ਨਹੀਂ ਹੈ, ਬਾਲਟੀ ਹੇਠਾਂ ਤੋਂ ਟੁੱਟੀ ਹੋਈ ਹੈ, ਇਸ ਕਰਕੇ ਪਾਣੀ ਕਿੱਥੋਂ ਆਏਗਾ? ਉਹ ਕਹਿਣ ਲੱਗੇ ਭਾਈ ਕਦੀ ਧਿਆਨ ਮਾਰ ਕੇ ਵੇਖਿਆ ਜਿਨ੍ਹਾਂ ਦੇ ਸੰਤੋਖ ਰੂਪੀ ਥੱਲਾ ਟੁੱਟ ਜਾਏ ਉਹ ਜ਼ਿੰਦਗੀ 'ਚ ਕਿਵੇਂ ਭਰਨਗੇ, ਕਿਵੇਂ ਸੰਤੁਸ਼ਟ ਹੋਣਗੇ, ਕਿਵੇਂ ਤ੍ਰਿਪਤੀ ਹੋਏਗੀ? ਜਿਵੇਂ ਕਿਸੇ ਭਾਂਡੇ ਦਾ, ਕਿਸੇ ਬਰਤਨ ਦਾ ਥੱਲਾ ਟੁੱਟਿਆ ਹੋਵੇ, ਉਹਦੇ 'ਚ ਪਾਣੀ ਦੀ ਬੂੰਦ ਵੀ ਨਹੀਂ ਟਿਕ ਸਕਦੀ, ਇਵੇਂ ਸਾਡੇ ਅੰਦਰ ਨਾਮ ਨਹੀਂ ਟਿਕ ਸਕਦਾ, ਸਾਡੇ ਅੰਦਰ ਪ੍ਰਭੂ ਦਾ ਸਿਮਰਨ, ਬੰਦਗੀ, ਭਗਤੀ ਜਿਹੜੀ ਨਹੀਂ ਟਿਕ ਸਕਦੀ, ਸਾਡੇ ਅੰਦਰ ਸੰਤੁਸ਼ਟੀ ਨਹੀਂ ਆ ਸਕਦੀ। ਔਰ ਮਨੁੱਖ ਕਿੰਨੇ ਵੀ ਪਦਾਰਥ ਇਕੱਠੇ ਕਰ ਲਵੇ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ। ਬੰਨਾ ਪੂਰੀਆਂ ਭਾਰ ਕਿੰਨਾ ਵੀ ਇਕੱਠਾ ਕਰ ਲਵੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰ ਹੀ ਕੋ ਲੁੱਝੀ ਹੈ। ਮਨ ਰੁਕਦਾ ਹੀ ਨਹੀਂ, ਅੱਗੇ ਤੋਂ ਅੱਗੇ ਵਧੀ ਜਾਂਦਾ ਹੈ, ਅੱਗੇ ਤੋਂ ਅੱਗੇ ਵਧੀ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ, ਗੁਰੂ ਅਰਜਨ ਪਾਤਸ਼ਾਹ ਜੀ ਨੇ ਫਿਰ ਫੈਸਲਾ ਦਿੱਤਾ। ਉਹ ਫੈਸਲਾ ਤਕਰੀਬਨ ਸਾਰਿਆਂ ਨੂੰ ਚੇਤੇ ਵੀ ਹੈ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਦੀ ਉਚਾਰਨ ਕੀਤੀ ਬਾਣੀ ਸੁਖਮਨੀ ਸਾਹਿਬ ਜਿਹੜੀ ਹੈ, ਉਹਨੂੰ ਆਮ ਜਗਿਆਸੂ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਨਿਤਨੇਮ ਵਾਂਗੂ ਪੜ੍ਹਦੇ, ਜਿਵੇਂ ਨਿਤਨੇਮ ਕਰਦੇ ਆ, ਕਈਆਂ ਦੇ ਉੱਤੇ ਬਖਸ਼ਿਸ਼ ਹੈ ਰੋਜ਼ਾਨਾ, ਉਹ ਬਾਣੀ ਵੀ ਪੜ੍ਹਦੇ। ਉਹਦੇ ਅੰਦਰ ਜਿਹੜੀ ਪੰਕਤੀ ਹੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸਤਿਗੁਰੂ ਕਹਿੰਦੇ ਬਿਨਾਂ ਸੰਤੋਖ ਤੋਂ ਕੋਈ ਨਹੀਂ ਰੱਜ ਸਕਦਾ। ਇਸ ਕਰਕੇ ਜਿਹਨੇ ਸੇਵਾ ਕੀਤੀ ਹੈ ਨਾ, ਜਾਂ ਸੇਵਾ ਕਰਨ ਵਾਲੇ ਲੋਕ ਨੇ, ਉਹ ਲੋਕ ਉਹੀ ਸੇਵਾ ਕਰਦੇ ਨੇ ਸੇਵ ਕੀਤੀ ਸੰਤੋਖੀ। ਸੰਤੋਖੀ ਭਾਵ ਸੰਤੋਖ ਵਾਲਿਆਂ ਨੇ, ਸੰਤੋਖ ਨੂੰ ਧਾਰਨ ਕਰਨ ਵਾਲਿਆਂ ਨੇ, ਜਿਹੜੇ ਸਬਰ ਸੰਤੋਖ ਵਿੱਚ ਰਹਿਣ ਵਾਲੇ ਲੋਕ ਨੇ, ਉਹਨਾਂ ਲੋਕਾਂ ਨੇ, ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਜੀ ਦੀ ਸੇਵਾ ਕੀਤੀ, ਮਨੁੱਖਤਾ ਦੀ ਸੇਵਾ ਕੀਤੀ। ਉਹਨਾਂ ਦੀ ਨਿਸ਼ਾਨੀ ਕੀ ਹੈ? ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹਨਾਂ ਦੀ ਨਿਸ਼ਾਨੀ ਹੈ ਜਿਨੀ ਸੱਚੋ ਸੱਚ ਧਿਆਇਆ। ਉਹ ਨਿਰੋਲ ਸੱਚ ਨੂੰ ਸਿਮਰਦੇ ਨੇ। ਸੱਚੋ ਸੱਚ ਦਾ ਭਾਵ ਹੈ ਨਿਰੋਲ ਸੱਚ ਧਿਆਇਆ, ਉਹਨਾਂ ਨੇ ਸਿਮਰਿਆ। ਉਹ ਸੱਚ ਤੋਂ ਬਿਨਾ, ਪ੍ਰਭੂ ਦੇ ਸਿਮਰਨ ਤੋਂ ਬਿਨਾ, ਪ੍ਰਭੂ ਦੇ ਨਾਮ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਧਿਆਉਂਦੇ ਹੋ ਕਿ ਕਿਸੇ ਬੰਦੇ ਦਾ ਜਾਪ ਕਰਨ, ਕਿਸੇ ਹੋਰ ਮੰਤਰ ਦਾ ਜਾਪ ਕਰਨ। ਜਿਨੀ ਸੱਚੋ ਸੱਚ ਧਿਆਇਆ, ਉਹਨਾਂ ਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਸੰਤੋਖੀ ਹੁੰਦੇ ਆ। ਨੰਬਰ 2 ਦੇ ਉੱਤੇ ਉਹ ਨਿਰੋਲ ਸੱਚ ਦੇ ਧਾਰਨੀ ਹੁੰਦੇ। ਤੀਸਰੇ ਨੰਬਰ ਦੇ ਉੱਤੇ ਉਹ ਨਹੀਂ ਮੰਦਾ ਪੈਰ ਨਾ ਰੱਖਿਓ। ਉਹ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਦਰਸਾਏ ਮਾਰਗ ਤੋਂ ਪਾਸੇ ਹੋ ਕਰਕੇ ਕਿਸੇ ਮੰਦੇ ਪਾਸੇ ਪੈਰ ਨਹੀਂ ਰੱਖਦੇ ਹੋ। ਪਾਉ ਨਾ ਬਿੰਗਾ ਘਲ ਹੈ। ਬਿੰਗਾ ਦਾ ਅਰਥ ਹੈ ਜੋ ਸਾਨੂੰ ਗੁਰਮਤ ਦਾ ਗਾਡੀ ਰਾਹ ਦਿੱਤਾ ਨਾ, ਉਸ ਤੋਂ ਬਿੰਗੇ ਹੋ ਕੇ ਨਹੀਂ ਤੁਰਦੇ, ਟੇਢੇ ਹੋ ਕੇ ਨਹੀਂ ਤੁਰਦੇ, ਉਸ ਤੋਂ ਟਰੈਕ ਤੋਂ ਪਾਸੇ ਹੋ ਕੇ ਨਹੀਂ ਤੁਰਦੇ। ਗੁਰਮਤ ਟਰੈਕ ਤੇ ਤੁਰਦੇ ਨੇ ਉਹ, ਜਿਹਨੂੰ ਸਤਿਗੁਰੂ ਕਹਿੰਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਚਰਨ ਚਲੋ ਮਾਰਿਓ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਉਹਨੀ ਮੰਦਾ ਪੈਰ ਨਾ ਰੱਖਿਓ। ਫਿਰ ਅਗਲੀ ਗੱਲ ਕੀ ਕੀਤੀ ਉਹਨਾਂ ਨੇ? ਕਰ ਸੁਕ੍ਰਿਤ ਧਰਮ ਕਮਾਇਆ। ਉਹਨਾਂ ਨੇ ਸੁਕਿਰਤ ਕਰਕੇ, ਸਭ ਤੋਂ ਵੱਡੀ ਸੁਕਿਰਤ ਕਿਹੜੀ ਹੈ? ਜਿੱਥੇ ਅਸੀਂ ਹੱਕ ਦੀ ਕਮਾਈ ਕਰਨੀ ਹੈ, ਆਪਣੇ ਜੀਵਨ ਦੀ ਰੋਜ਼ੀ ਕਮਾਉਣ ਵਾਸਤੇ, ਬੱਚਿਆਂ ਦੀ ਪਾਲਣਾ ਵਾਸਤੇ, ਸਮਾਜ ਦੀ ਸੇਵਾ ਵਾਸਤੇ। ਕਾਲ ਖਾਏ ਕਿ ਸ਼ਥੋਂ ਦੇ ਨਾਨਕ ਰਾਹ ਪਛਾਣੇ ਸੇ। ਉੱਥੇ ਸਭ ਤੋਂ ਵਧੀਆ ਸੁਕਿਰਤ ਹੈ ਪ੍ਰਭੂ ਦੀ ਬੰਦਗੀ, ਪ੍ਰਭੂ ਦਾ ਸਿਮਰਨ, ਸੱਚ ਦਾ ਧਾਰਨੀ ਬਣਨਾ, ਚੰਗੇ ਗੁਣਾਂ ਨੂੰ ਗ੍ਰਹਿਣ ਕਰਨਾ। ਕਰ ਸੁਕ੍ਰਿਤ, ਸੁਕਿਰਤ ਕਰਕੇ ਧਰਮ ਕਮਾਇਆ। ਉਹਨਾਂ ਨੇ ਧਰਮ ਨੂੰ ਕਮਾਇਆ, ਭਾਵ ਇਹ ਅਸੂਲ ਜਿਹੜੇ ਨੇ, ਧਰਮ ਜਿਹੜੇ ਨੇ, ਧਰਮ ਨੂੰ, ਅਸੂਲਾਂ ਨੂੰ, ਪ੍ਰਭੂ ਦੇ ਨਿਯਮਾਂ ਨੂੰ ਅਪਣਾ ਲਿਆ। ਸੰਤੋਖ ਦਾ ਨਿਯਮ ਉਹਨਾਂ ਦੇ ਅੰਦਰ ਹੈ, ਸੱਚੋ ਸੱਚ ਧਿਆਇਆ ਦਾ ਨਿਯਮ ਉਹਨਾਂ ਦੇ ਅੰਦਰ ਹੈ, ਮੰਦਾ ਪੈਰ ਨਾ ਰੱਖਿਓ ਦਾ ਨਿਯਮ ਉਹਨਾਂ ਦੇ ਅੰਦਰ ਹੈ, ਹਉ ਮੈਂ ਬੂਝੈ ਤਾਂ ਦਰ ਸੂਝੈ ਦਾ ਨਿਯਮ ਉਹਨਾਂ ਦੇ ਅੰਦਰ ਆ ਗਿਆ। ਫਿਰ ਗੁਰ ਕਾ ਸ਼ਬਦ ਕਮਾਹੇ ਦਾ ਨਿਯਮ ਉਹਨਾਂ ਦੇ ਅੰਦਰ ਆ ਗਿਆ। ਇਹ ਸਾਰਾ ਜਿਹੜਾ ਸੁਕਿਰਤ ਸੀ ਨਾ, ਇਹਨੂੰ ਕਰਕੇ ਉਹਨਾਂ ਨੇ ਧਰਮ ਨੂੰ ਕਮਾਇਆ। ਉਹਨੀ ਦੁਨੀਆ ਤੋੜੇ ਬੰਧਨਾ। ਉਹਨਾਂ ਨੇ ਫਿਰ ਆਪਣੀ ਜ਼ਿੰਦਗੀ ਵਿੱਚ ਦੁਨੀਆਦਾਰੀ ਦੇ ਬੰਧਨਾਂ ਨੂੰ ਤੋੜ ਦਿੱਤਾ। ਦੁਨੀਆਦਾਰੀ ਦੇ ਬੰਧਨਾਂ ਤੋਂ ਮੁਕਤ ਹੋ ਕੇ ਤੁਰੇ ਹੋ। ਦੁਨੀਆਦਾਰੀ ਦੇ ਪਿੱਛੇ ਲੱਗ ਕੇ ਬੰਦਾ ਧਰਮ ਕਰਮ ਕਰਦਾ, ਵਿਖਾਵੇ ਦੇ ਧਰਮ ਕਰਮ ਕਰਦਾ। ਦੁਨੀਆਦਾਰੀ ਦੇ ਪਿੱਛੇ ਅੱਜ ਮਨੁੱਖ ਜਿਹੜਾ ਹੈ, ਸਿੱਖ ਹੋ ਕੇ ਵੀ ਸ਼ਰਾਬਾਂ ਦੇ ਪਿੱਛੇ ਫਿਰਦਾ, ਨਸ਼ਿਆਂ ਪਿੱਛੇ ਫਿਰਦਾ, ਵਿਖਾਵੇ ਪਿੱਛੇ ਫਿਰਦਾ। ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਆਪਣੀ ਜ਼ਿੰਦਗੀ 'ਚ
ਸੱਚ ਨੂੰ ਸਮਝ ਲਵੇ, ਨਿਰੋਲ ਸੱਚੋ ਸੱਚ ਧਿਆਇਆ ਨੂੰ ਮੰਨ ਲਵੇ, ਮੰਦੇ ਪਾਸੇ ਪੈਰ ਰੱਖਣ ਤੋਂ ਬਚ ਜਾਏ, ਕਰ ਸ਼ੁਕਰੇ ਧਰਮ ਕਮਾਇਆ, ਉਹ ਦੁਨੀਆਦਾਰੀ ਦੇ ਬੰਧਨਾਂ ਤੋਂ ਮੁਕਤ ਹੋ ਕੇ ਜੀਵਨ ਜਿਉਂਦਾ। ਦੁਨੀਆ ਕੀ ਕਹਿੰਦੀ ਹੈ? ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਉਹ ਕੀ ਕਰਦੇ ਫਿਰ? ਕਿਉਂਕਿ ਦੁਨੀਆਦਾਰੀ ਦੇ ਵਿੱਚ ਬੰਦਾ ਨੱਕ ਦੀ ਖਾਤਰ ਬਹੁਤ ਕੁਝ ਕਰਦਾ, ਵੀ ਮੇਰਾ ਨੱਕ ਰਹਿ ਜਾਏ, ਮੇਰੀ ਇੱਜ਼ਤ ਰਹਿ ਜਾਏ। ਨੱਕ ਰਹਿਣ ਦਾ ਭਾਵ ਕੀ ਹੈ? ਇੱਜ਼ਤ ਨੂੰ ਬਣਾਉਣਾ, ਇੱਜ਼ਤ ਰੱਖਣੀ। ਫਿਰ ਬੰਦਾ ਬੜੇ ਧਿਆਨ ਨਾਲ ਸੁਣਦਾ ਵੀ ਲੋਕੀ ਕਹਿੰਦੇ ਮੈਂ ਆਹ ਕੁਝ ਕੀਤਾ ਸੀ, ਇੰਨਾ ਖਰਚਾ ਕੀਤਾ ਸੀ, ਲੋਕੀ ਮੇਰੀ ਵਡਿਆਈ ਕਰਦੇ ਆ। ਬੜਾ ਕੰਨ ਲਾ ਲਾ ਕੇ ਸੁਣਦਾ, ਪੁੱਛਦਾ ਕਿ ਮੇਰੇ ਬਾਰੇ ਕੀ ਗੱਲਾਂ ਕਰਦੇ ਸਨ। ਜਿਹੜੇ ਰਿਸ਼ਤੇਦਾਰ ਆਏ ਸੀ ਉਹ ਕਹਿੰਦੇ ਸੀ ਵਿਆਹ ਕਿੱਦਾਂ ਦਾ ਕੀਤਾ, ਆਹ ਕੰਮ ਕਿਵੇਂ ਕੀਤਾ, ਕਿੰਨਾ ਖਰਚਾ ਕੀਤਾ, ਵਾਹ ਕਰਦੇ ਸੀ ਮੇਰੀ ਕਿ ਨਹੀਂ ਕਰਦੇ ਸੀ। ਪਰ ਕਬੀਰ ਸਾਹਿਬ ਕਹਿੰਦੇ ਇਹ ਸਾਰਾ ਮਾਇਆ ਦੇ ਪ੍ਰਭਾਵ ਕਰਕੇ ਹੁੰਦਾ ਨਾ, ਵੀ ਮਾਇਆ ਦਾ ਪ੍ਰਭਾਵ ਪਿਆ ਹੋਇਆ ਜੀਵਨ ਦੇ ਵਿੱਚ। ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ, ਆਸ ਪਾਸ ਪੰਜ ਜੋਗੀਆ ਬੈਠੇ, बीच नकट दे रानी, नकटी को ठनगन बाडा ढूं, किने विवेकी काटी तू। जिन्हां विवेकियां ने कट दित्ती ना, पासे कर दित्ती, फिर वो नक रखण दी खातर ते कन्नां विच सुणन दी खातर कख भी नहीं करदे, कुछ भी नहीं करदे। क्योंकि नाकों काटी कानों काटी, काट कूट के डारी, कौ कबीर संतन की बैरन, तीन लोग की प्यारी। ओनी दुनिया तोड़े बंधना, अन्न पानी थोड़ा खाया। फिर वो की करते ने? अन्न पानी थोड़ा खाया दा भाव थोड़ा समय थोड़ा ही खावे, ਇਹਦਾ ਭਾਵ है कि ਵੰਡ के छकते ने अपने प्रसादे विचों, फिर वो दूजिਆਂ ਨੂੰ ਦਿੰਦੇ ਨੇ ਜਿਹੜੇ ਲੋੜਵੰਦ ਨੇ। अन्न पानी थोड़ा खाया, फिर उन्हां दे उत्ते किरपा होंदी, तू बख्शीशी अगला। अगला दा अर्थ है बहुता। हे परमात्मा जी, हो तुसी बहुत बख्शिशां करन वाले हो, ਤੁਹਾਡਾ ਸੁਭਾਅ ਕਿੱਦਾਂ ਦਾ? ਨਿਤ ਦੇਵੇਂ, ਤੁਸੀਂ ਨਿਤਾ ਪ੍ਰਤੀ ਦਿੰਦੇ ਹੋ। ਦੇਖੋ ਨਾ, ਜੇ ਉਹਨੇ ਸਾਹ ਦਾ ਕੋਟਾ ਰੱਖਿਆ ਹੋਵੇ ਵੀ ਮੈਂ ਇੰਨੇ ਮਹੀਨੇ ਤੁਹਾਨੂੰ ਸਾਹ ਦੇਣਾ, ਇੰਨੇ ਮਹੀਨੇ ਮੈਂ ਹਵਾ ਚਲਾਵਾਂਗਾ, ਇੰਨੇ ਮਹੀਨੇ ਆਕਸੀਜਨ ਦਾ ਪ੍ਰਬੰਧ ਕਰਾਂਗਾ, ਫਿਰ ਸਾਡਾ ਕੀ ਬਣੇਗਾ? ਪਰ ਉਹਨੇ ਨਿਤਾ ਪ੍ਰਤੀ ਦਾ ਸਾਡਾ ਕਿਵੇਂ ਪ੍ਰਬੰਧ ਕੀਤਾ? ਸਾਡੇ ਜੀਵਨ ਵਾਸਤੇ ਪਾਣੀ ਦਾ ਪ੍ਰਬੰਧ, ਧਰਤੀ ਦਾ ਪ੍ਰਬੰਧ, ਹਵਾ ਦਾ ਪ੍ਰਬੰਧ, ਸੂਰਜ ਤੇ ਚੰਦਰਮਾ ਦਾ ਪ੍ਰਬੰਧ, ਸਾਡੇ ਖਾਣ ਪੀਣ ਦਾ ਪ੍ਰਬੰਧ, ਸਾਡੇ ਜਨਮ ਤੋਂ ਸਾਡੀ ਪਹਿਲਾਂ ਸਾਡੀ ਖੁਰਾਕ ਦਾ ਪ੍ਰਬੰਧ, ਪਿੱਛੋਂ ਦੇਤਾ ਜੰਤ ਉਪਾਹਾ, ਪਹਿਲੋਂ ਦੇਤਾ ਰਿਜ਼ਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹਾ, ਨਿਤ ਦੇਵੈ ਚੜ੍ਹੈ ਸਵਾਇਆ। ਔਰ ਸਵਾਇਆ ਦਾ ਅਰਥ ਹੈ ਬਹੁਤਾ, ਅੱਗੇ ਨਾਲੋਂ ਹੋਰ ਚੜ੍ਹਦੀ ਕਲਾ। ਉਹਦੇ ਦਰ ਦੇ ਉੱਤੇ ਮੁੱਕਦਾ ਕੱਖ ਨਹੀਂ, ਘਾਟਾ ਕੁਝ ਨਹੀਂ ਪੈਂਦਾ, ਸਗੋਂ ਉਹ ਪੂਰੇ ਦਾ ਪੂਰਾ ਹੈ। ਪੂਰੇ ਕਾ ਕੀਆ ਸਭ ਕੁਛ ਪੂਰਾ। ਫਿਰ ਜਦੋਂ ਇਸ ਗੱਲ ਨੂੰ ਉਹ ਸਮਝ ਜਾਂਦੇ ਨੇ, ਵਡਿਆਈ ਵੱਡਾ ਪਾਇਆ, ਫਿਰ ਉਹ ਲੋਕ ਉਸ ਵੱਡੇ परमात्मा ਦੀਆਂ ਵਡਿਆਈਆਂ ਕਰਕੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸਮਾਹੇ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿਨੈ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜੇ ਤਿਸੈ ਰਜ਼ਾਏ। ਇਸ ਗੱਲ ਨੂੰ ਸਮਝ ਕੇ ਉਸ परमात्मा ਦੇ ਨਾਲ ਜੁੜ ਜਾਂਦੇ ਨੇ, ਉਹ ਹਉਮੈ ਤੋਂ ਮੁਕਤ ਹੋ ਕੇ ਆਪਣੀ ਜ਼ਿੰਦਗੀ ਜਿਉਂਦੇ ਹਨ।